ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਮਨਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਸਾਡਾ ਅੱਜ ਦਾ ਇੱਕ ਖਾਸ ਪ੍ਰੋਗਰਾਮ, ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਅਗਰ ਵਿਦੇਸ਼ਾਂ 'ਚ ਬੈਠੇ ਜਿਹੜੇ ਪ੍ਰਵਾਸੀ ਨੇ ਉਹ ਆਪਣੀ ਜਿਹੜੀ ਜ਼ਮੀਨ ਇੰਡੀਆ ਦੇ ਵਿੱਚ ਜ਼ਮੀਨ ਆ ਉਸਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰ ਸਕਦੇ ਨੇ, ਕੀ ਉਹਨਾਂ ਕੋਲ ਕਾਨੂੰਨ ਰਾਈਟ ਨੇ। ਕਿਉਂਕਿ ਕਈ ਵਾਰ ਇਹ ਦੇਖਿਆ ਗਿਆ ਕਿ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਪ੍ਰਵਾਸੀ ਨੇ, ਜਦੋਂ ਵਿਦੇਸ਼ ਵਿੱਚ ਆਉਂਦੇ ਨੇ, ਆਪਣੀ ਜ਼ਮੀਨ ਜਾਂ ਤਾਂ ਠੇਕੇ ਤੇ ਦੇ ਦਿੰਦੇ ਨੇ, ਆਪਣੇ ਘਰ ਇੰਨੀ ਮਿਹਨਤ ਨਾਲ ਜਿਹੜੇ ਉਹਨਾਂ ਵੱਲੋਂ ਬਣਾਏ ਗਏ ਨੇ, ਵਿਦੇਸ਼ਾਂ ਵਿੱਚ ਆ ਕੇ ਪੈਸਾ ਕਮਾਉਂਦੇ ਨੇ, ਆਪਣੇ ਵੱਲੋਂ ਫਿਰ ਪੈਸਾ ਇਨਵੈਸਟ ਕਰਦੇ ਨੇ ਇੰਡੀਆ ਦੇ ਵਿੱਚ, ਆਪਣੀ ਵਧੀਆ ਪ੍ਰੋਪਰਟੀ ਬਣਾਉਂਦੇ ਨੇ, ਤੇ ਕਿਸੇ ਨਾ ਕਿਸੇ ਵੱਲੋਂ ਉਹ ਪ੍ਰੋਪਰਟੀ ਨੂੰ ਦੱਬ ਲਿਆ ਜਾਂਦਾ। ਕੀ ਰਾਈਟ ਨੇ, ਇਸ ਬਾਰੇ ਗੱਲ ਕਰਾਂਗੇ। ਤੇ ਸਾਡੇ ਨਾਲ ਇਸ ਬਾਰੇ ਗੱਲ ਕਰਨ ਲਈ ਸਟੂਡੀਓ ਦੇ ਵਿੱਚ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮਸ਼ਹੂਰ ਵਕੀਲ ਸੁਨੀਲ ਮੱਲਨ ਜੀ, ਜਿਹੜੇ ਕਿ ਤੁਹਾਨੂੰ ਇਸ ਕਾਨੂੰਨੀ ਮੈਟਰ ਦੇ ਵਿੱਚ ਸਾਰੀ ਸਹਾਇਤਾ ਦੇਣਗੇ ਕਿ ਕਿਸ ਤਰ੍ਹਾਂ ਤੁਸੀਂ ਇਹ ਜਿਹੜੀ ਆਪਣੀ ਜ਼ਮੀਨ ਨੂੰ ਪ੍ਰੋਟੈਕਟ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਹਮਦਰ ਟੀਵੀ ਦੇ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਜੀ। ਬੜੇ ਦੇਰ ਬਾਅਦ ਆਪਾਂ ਇਕੱਠੇ ਹੋ ਰਹੇ ਹਾਂ। ਕੀ ਹਾਲ ਹੈ ਟੈਕਨੀਕਲ ਸਰ? ਟੀਮ ਨੂੰ ਰਿਕੁਐਸਟ ਕਰੂੰਗਾ ਕਿ ਮੈਨੂੰ ਪੋਸਟ ਦੀ ਫੋਟੋ ਨਹੀਂ ਦਿਖ ਰਹੀ, ਠੀਕ ਕਰ ਦੇਣ ਜੀ। ਤੇ ਸਰ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇੱਕ ਵਾਰ ਜ਼ਰੂਰ ਦੱਸ ਦਾਂਗੇ ਕਿ ਸਾਡਾ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਲਾਈਵ ਹੈ, ਤੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਅਗਰ ਕੋਈ ਵੀ ਤੁਹਾਡੀ ਜ਼ਮੀਨ ਨਾਲ ਮੈਟਰ ਹੈ, ਜਿਹੜਾ ਤੁਸੀਂ ਅਗਰ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ, ਤਾਂ ਵਕੀਲ ਸਾਹਿਬ ਤੋਂ ਜਿਹੜੇ ਆ ਤੁਸੀਂ ਆਪਣੇ ਮੈਟਰ ਨੇ ਜਿਹੜੇ ਪ੍ਰੋਪਰਟੀ ਨਾਲ ਰਿਲੇਟਡ, ਜਿਹੜੀ ਇੰਡੀਆ ਵਿੱਚ ਪ੍ਰੋਪਰਟੀ ਆ ਉਸਦੇ ਲਈ ਤੁਸੀਂ ਕੋਈ ਸਲਾਹ ਲੈਣਾ ਚਾਹੁੰਦੇ ਹੋ, ਤੁਸੀਂ ਸਾਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਸੁਨੀਲ ਮੱਲਨ ਜੀ। ਸਰ, ਪੰਜਾਬ ਦਾ ਮਾਹੌਲ ਬੜਾ ਗਰਮ ਨਜ਼ਰ ਆ ਰਿਹਾ। ਸਿੱਧੂ ਨੂੰ ਆਖਰਕਾਰ ਜੇਲ੍ਹ ਦੇ ਵਿੱਚ ਭੇਜ ਹੀ ਦਿੱਤਾ ਗਿਆ, ਤੇ ਇੱਕ ਵਕੀਲ ਦੇ ਨਾਤੇ ਹੁਣ ਤੁਸੀਂ ਇਹ ਦੱਸ ਦਿਓ ਕਿ ਕੀ ਬਣਦਾ ਹੈ ਕਿ ਸਿੱਧੂ ਨੂੰ ਜ਼ਮਾਨਤ ਮਿਲ ਸਕਦੀ ਹੈ। ਸਭ ਤੋਂ ਵੱਡੀ ਖਬਰ ਪਹਿਲਾਂ ਪੰਜਾਬ ਤੋਂ ਹੀ ਆ ਰਹੀ ਹੈ। ਮੈਡਮ, ਇਸ ਤਰ੍ਹਾਂ ਬੜੀ ਸਿੰਪਲ ਜੀ ਗੱਲ ਦੱਸ ਦਿੰਦਾ, ਆਪਣੇ ਦਰਸ਼ਕਾਂ ਨੂੰ ਵੀ ਦੱਸ ਦਿੰਦਾ ਜੀ ਕਿ ਇੱਥੋਂ ਪਹਿਲੀ ਗੱਲ ਤੇ ਯਕੀਨ ਬਣ ਗਿਆ ਸਾਰਿਆਂ ਨੂੰ ਕਿ ਕਾਨੂੰਨੀ ਜਿਹੜੀ ਪ੍ਰਕਿਰਿਆ ਹੈ, ਜੀ ਕਾਨੂੰਨ ਦੇ ਵਿੱਚ ਦੇਰੀ ਹੋ ਸਕਦੀ ਹੈ, ਅੰਧੇਰ ਨਹੀਂ ਹੋ ਸਕਦਾ ਜੀ। ਸੋ 33 ਸਾਲ ਬਾਅਦ 34 ਸਾਲ ਬਾਅਦ ਆਲਮੋਸਟ ਇਹ ਫੈਸਲਾ ਹੁੰਦਾ ਹੈ। ਪਹਿਲਾਂ 1000 ਰੁਪਏ ਜੁਰਮਾਨਾ ਹੁੰਦਾ ਹੈ, ਰਿਵਿਊ ਪਟੀਸ਼ਨ ਪੈਂਦੀ ਹੈ, ਰਿਵਿਊ ਪਟੀਸ਼ਨ ਤੋਂ ਬਾਅਦ 1 ਸਾਲ ਦੀ ਕੈਦ ਹੁੰਦੀ ਹੈ। ਔਰ 1 ਸਾਲ ਦੀ ਕੈਦ ਦੇ ਵਿੱਚ ਪਹਿਲਾਂ ਮੰਡੇ ਦਾ ਟਾਈਮ ਸੀ, ਪਰ ਸਿੱਧੂ ਨੇ ਟਾਈਮਲੀ ਸਰੈਂਡਰ ਕਰਕੇ ਇੱਕ ਅੱਛੇ ਨਾਗਰਿਕ ਦਾ ਫਰਜ਼ ਨਿਭਾਇਆ। ਸੋ ਇੱਕ ਤਰ੍ਹਾਂ ਦਾ ਇਹਨੂੰ ਆਪਾਂ ਕਹਿੰਦੇ ਹਾਂ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਜੀ ਲੀਗਲ ਭਾਸ਼ਾ 'ਚ। ਤੇ ਉਹਦੇ ਵਿੱਚ ਇੱਕ ਮਤਲਬ ਇਹਨਾਂ ਕੋਲੋਂ ਇੱਕ ਤਰ੍ਹਾਂ ਦੀ ਡੈਥ ਹੋਈ ਸੀਗੀ ਐਕਸੀਡੈਂਟ ਵਿੱਚ, 65 ਸਾਲ ਪਿਆ। ਔਰ ਦੁਨੀਆ ਲਈ ਇੱਕ ਮੈਸੇਜ ਛੱਡਿਆ ਸਾਡੀ ਜੁਡੀਸ਼ੀਅਲ ਸਿਸਟਮ ਨੇ ਕਿ ਇਹਦੇ 'ਚ ਦੇਰ ਲੱਗ ਸਕਦੀ ਹੈ, ਅੰਧੇਰ ਨਹੀਂ ਹੋ ਸਕਦਾ। ਹੁਣ ਰਹੀ ਗੱਲ ਜ਼ਮਾਨਤ ਦੀ, ਔਰ ਹੁਣ ਰਹੀ ਗੱਲ ਬਾਹਰ ਆਉਣ ਦੀ। ਕਾਨੂੰਨੀ ਤੌਰ ਤੇ ਵੈਸੇ 1 ਸਾਲ ਬਾਅਦ ਹੀ ਬਾਹਰ ਆਉਣਾ, ਇਹਦੀ ਪ੍ਰਕਿਰਿਆ ਦੇ ਮੁਤਾਬਕ ਸਾਲ ਬਾਅਦ ਹੀ ਇਹਦੀ ਪੂਰੀ ਸਜ਼ਾ ਮਿਲਦੀ ਹੈ। ਜਦਕਿ ਜਿਹੜੇ ਦੂਸਰੇ ਮਰਡਰ ਜਾਂ ਦੂਸਰੇ ਚਾਰਜਿਸ ਨੇ, ਉਹਦੇ ਵਿੱਚ 1/3 ਸਜ਼ਾ ਕੱਟ ਕੇ ਸਸਪੈਂਸ਼ਨ ਆਫ ਸੈਂਟੈਂਸ ਹੋ ਜਾਂਦੀ ਹੈ। ਬਟ ਫਿਰ ਵੀ ਕਿਉਂਕਿ ਇਹ ਸਜ਼ਾ 3 ਸਾਲਾਂ ਤੋਂ ਘੱਟ ਵਾਲੀ ਸਜ਼ਾ ਹੈ, ਤਾਂ ਮਾਨਯੋਗ ਸੁਪਰੀਮ ਕੋਰਟ ਦੀਆਂ ਕਾਫੀ ਸਾਰੀਆਂ ਜੱਜਮੈਂਟਸ ਨੇ ਜਿਹਦੇ ਵਿੱਚ ਕਿਹਾ ਗਿਆ ਕਿ ਇਹਦੇ ਵਿੱਚ 2 ਦਿਨ 7 ਦਿਨ 10 ਦਿਨ ਤੋਂ ਬਾਅਦ ਜੇਲ੍ਹ ਦੀ ਮਾਫੀ ਹੋ ਸਕਦੀ ਹੈ। ਸੋ ਹੋ ਸਕਦਾ ਹੈ ਕਿ ਇਹਨਾਂ ਨੂੰ ਹਫ਼ਤੇ 'ਚ 10 ਦਿਨ 'ਚ ਜਾਂ 1 ਮਹੀਨੇ 'ਚ ਇਹਨਾਂ ਨੂੰ ਇਹਨਾਂ ਦਾ ਜਿਹੜਾ ਸੋਸ਼ਲ ਰੁਤਬਾ ਹੈ, ਜਿਹਦੇ ਵਿੱਚ ਸੋਸ਼ਲ ਵਰਕ ਕਰਦੇ ਨੇ, ਇੱਕ ਕ੍ਰਿਕਟਰ ਨੇ, ਇੰਡੀਆ ਵਾਸਤੇ ਇੱਕ ਰਿਨਾਊਂਡ ਫਿਗਰ ਰਹੇ ਨੇ, ਰਿਪਰੈਜ਼ੈਂਟ ਕੀਤਾ ਇਹਨਾਂ ਨੇ ਕੰਟਰੀ ਨੂੰ, ਇੰਡੀਆ ਤੋਂ ਕੰਟਰੀ ਮਤਲਬ ਇੰਡੀਅਨ ਕੰਟਰੀ ਨੂੰ, ਇੰਡੀਅਨ ਪਲੇਅਰ ਬਣ ਕੇ ਇੰਟਰਨੈਸ਼ਨਲੀ ਕੀਤਾ। ਸੋ ਉਹਦੇ 'ਚ ਹੋ ਸਕਦਾ ਹੈ ਉਹਦੇ ਕਰਕੇ ਇੱਕ ਮਰਸੀ ਮਿਲ ਜਾਏ। ਔਰ ਇਹਦੇ ਲਈ 2 ਚੀਜ਼ਾਂ ਹੁੰਦੀਆਂ ਨੇ, ਜਾਂ ਤੇ ਮਾਨਯੋਗ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਪੈਂਦੀ ਹੈ, ਮਰਸੀ ਪਟੀਸ਼ਨ ਪੈ ਸਕਦੀ ਹੈ, ਜਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਪਨਿਸ਼ਮੈਂਟ ਹੋਈ ਹੈ ਇਹਦੇ ਤੇ ਅਪੀਲ ਪੈ ਕੇ ਤੇ ਸਸਪੈਂਸ਼ਨ ਆਫ ਸੈਂਟੈਂਸ ਦੀ ਨਾਲ ਐਪਲੀਕੇਸ਼ਨ ਲੱਗ ਸਕਦੀ ਹੈ। ਦੇਖੋ ਇਹਨਾਂ ਦੇ ਜਿਹੜੀ ਲੀਗਲ ਟੀਮ ਹੈ ਉਹ ਕੀ ਕਰਦੀ ਹੈ, ਔਰ ਇਹ ਮਾਨਯੋਗ ਅਦਾਲਤ ਮੈਰਿਟ ਦੇ ਉੱਤੇ ਕੀ ਫੈਸਲਾ ਦਿੰਦੀ ਹੈ, ਉਹਦੀ ਉਡੀਕ ਰਹੇਗੀ। ਜੀ ਬਿਲਕੁਲ ਸਰ, ਬਿਲਕੁਲ। ਇਹ ਇਸ ਸਮੇਂ ਦੀ ਜਿਹੜੀ ਸਾਡੇ ਕੋਲ ਪੰਜਾਬ ਦੀ ਇੱਕ ਵੱਡੀ ਖਬਰ ਹੈ, ਤੇ ਸਰ ਨੇ ਜਿਹੜੇ ਸੁਨੀਲ ਮੱਲਨ ਜੀ ਨੇ ਬੜੀ ਡਿਟੇਲ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਇਹ ਕਾਨੂੰਨੀ ਪ੍ਰੋਸੈਸ ਰਹਿਣ ਵਾਲਾ। ਸਰ, ਉਸ ਤੋਂ ਬਾਅਦ ਅਗਰ ਗੱਲ ਕਰ ਲਈਏ ਅਸੀਂ ਕਿ ਅਕਸਰ ਇਹ ਦੇਖਿਆ ਗਿਆ ਹੈ ਕਿ ਜਦੋਂ ਵੀ ਪ੍ਰਵਾਸੀ ਜਿਹੜੇ ਪੰਜਾਬੀ ਨੇ ਵਿਦੇਸ਼ਾਂ ਵੱਲ ਰੁਖ ਕਰਦੇ ਨੇ, ਤਾਂ ਉਹ ਆਪਣੀ ਪਿੱਛੇ ਪ੍ਰੋਪਰਟੀ ਛੋੜ ਕੇ ਆਉਂਦੇ ਨੇ। ਤਾਂ ਕਈ ਵਾਰ ਦੇਖਿਆ ਗਿਆ ਕਿ ਜਦੋਂ ਸਾਰੀ ਫੈਮਿਲੀ ਵਿਦੇਸ਼ਾਂ ਦੇ ਵਿੱਚ ਸੈੱਟ ਹੋ ਜਾਂਦੀ ਹੈ, ਤੇ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜਾਂ ਤਾਂ ਉਹਨਾਂ ਵੱਲੋਂ ਜਿਹੜੀ ਉਹਨਾਂ ਦੀ ਜ਼ਮੀਨ ਆ
ਉਸ ਨੂੰ ਆ ਜਿਹੜਾ ਠੇਕੇ ਤੇ ਦੇ ਦਿੱਤਾ ਜਾਂਦਾ ਵਹਾਈ ਦੇ ਲਈ, ਜਾਂ ਫਿਰ ਜਿਹੜੀ ਉਹਨਾਂ ਵੱਲੋਂ ਘਰ ਜਾਂ ਪ੍ਰਾਪਰਟੀ ਜਿਹੜੀ ਹੁੰਦੀ ਹੈ, ਉਹਨਾਂ ਦੇ ਮਕਾਨ ਨੇ ਕਿਰਾਏ ਤੇ ਚਾੜ ਦਿੱਤੇ ਜਾਂਦੇ ਨੇ, ਕਿ ਉਹ ਜਿਹੜੇ ਮਕਾਨ ਨੇ ਉਹਨਾਂ ਦੇ ਵਿੱਚ ਕੋਠੀਆਂ ਜਿਹੜੀਆਂ ਉਹਨਾਂ ਵੱਲੋਂ ਬਣਾਈਆਂ ਗਈਆਂ ਨੇ, ਉਹਨਾਂ ਦੀ ਦੇਖਭਾਲ ਲਈ ਕੋਈ ਨਾ ਕੋਈ ਉੱਥੇ ਹੋਵੇ। ਪਰ ਬਾਅਦ ਦੇ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਉਸ ਜ਼ਮੀਨ ਦੇ ਉੱਪਰ, ਉਸ ਜਿਹੜੀ ਪ੍ਰਾਪਰਟੀ ਆ, ਜਿਹੜੀ ਪ੍ਰਵਾਸੀਆਂ ਦੀ ਪ੍ਰਾਪਰਟੀ ਆ, ਉਹਨਾਂ ਦੇ ਉੱਪਰ ਕਰਜ਼ਾ ਜਿਹੜਾ ਅਸੀਂ ਹਾਂਜੀ ਕਬਜ਼ਾ ਲੈ ਲਿਆ ਜਾਂਦਾ ਉਸ ਬੰਦੇ ਦੇ ਵੱਲੋਂ, ਜਿਹੜੇ ਉਸ ਦੀ ਰੱਖਿਆ ਕਰਨ ਲਈ ਉਹਨਾਂ ਵੱਲੋਂ ਰੱਖੇ ਜਾਂਦੇ। ਤਾਂ ਉਹਨਾਂ ਦੀ ਹੁਣ ਵਿਦੇਸ਼ਾਂ ਵਿੱਚ ਜਿਹੜੇ ਪ੍ਰਵਾਸੀ ਨੇ, ਉਹਨਾਂ ਕੋਲ ਕੀ ਕਾਨੂੰਨੀ ਹੱਕ ਨੇ ਕਿ ਕਿਸ ਤਰ੍ਹਾਂ ਉਹ ਆਪਣੀ ਜ਼ਮੀਨ ਨੂੰ ਸੁਰੱਖਿਅਤ ਕਰ ਸਕਦੇ ਨੇ? ਦੇਖੋ, ਮੈਂ ਪਹਿਲਾਂ ਤੇ ਆਪਣੇ ਜਿੰਨੇ ਵੀ ਪ੍ਰਵਾਸੀ ਭਾਰਤੀ ਉਹਨਾਂ ਨੂੰ ਇੱਕ ਮੈਸੇਜ ਬੜਾ ਕਲੀਅਰ ਦੇਣਾ ਚਾਹੁੰਦਾ ਜੀ। ਮੰਨ ਲਓ ਮੈਂ ਉਹਨਾਂ ਦਾ ਇੰਡੀਅਨ ਰਿਸ਼ਤੇਦਾਰ ਹਾਂ, ਜਦੋਂ ਤੁਸੀਂ ਫੋਰਨ ਚਲ ਗਏ, ਸਭ ਤੋਂ ਪਹਿਲਾਂ ਅੱਜ ਕੱਲ੍ਹ ਦੀ ਜਿਹੜੀ ਕਮੀਨਾਪਨ, ਬੇਈਮਾਨੀ, ਧੋਖਾ, ਚੋਰੀ ਜਿਹੜੀ ਮੇਰੇ ਦਿਲ 'ਚ ਮੇਰੇ NRI ਭਰਾ ਜਾਂ ਭੈਣ ਲਈ ਹੈ, ਉਹ ਇਹ ਹੈ ਕਿ ਇਹ ਜਿਹੜਾ ਬਾਹਰੋਂ ਆਇਆ, ਇਹਦੇ ਕੋਲ ਲਿਮਿਟਿਡ ਟਾਈਮ ਹੈ ਜੀ। ਮੈਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਤਾਂ ਮੈਨੂੰ ਇਹੋ ਜਿਹਾ ਰਵੱਈਆ ਵੇਖਣ ਨੂੰ ਮਿਲਦਾ ਕਿ ਇਹ ਬੰਦਾ ਲਿਮਿਟਿਡ ਟਾਈਮ ਲਈ ਆਇਆ ਜੀ। ਔਰ ਜਿੰਨੇ ਵੀ ਸਾਡੇ ਇੰਡੀਆ 'ਚ ਬੈਠੇ ਭੈਣ ਭਰਾ ਨੇ ਜਿਹੜੇ NRI, ਉਹਨਾਂ ਦਾ ਭੈਣ ਭਰਾ ਹੁੰਦਾ ਤੇ ਉਹਨਾਂ ਕੋਲ ਇੱਕ ਟੂਲ ਹੈ ਕਿ ਇਹ ਬੰਦਾ ਫੋਰਨ ਤੋਂ ਆਇਆ, ਇਹਨੂੰ ਡਰਾ ਲਓ ਜਾਂ ਇਹਨੂੰ ਦੜਾ ਲਓ, ਇਹ ਬੰਦਾ ਡਰ ਜਾਏਗਾ ਜਾਂ ਦੌੜ ਜਾਏਗਾ, ਇਹਦੀ ਜ਼ਮੀਨ ਤੇ ਇਹਦੀ ਪ੍ਰਾਪਰਟੀ ਤੇ ਕਬਜ਼ਾ ਕਰ ਲਓ। ਮੈਂ ਬੜੇ ਸਾਫ਼ ਸ਼ਬਦਾਂ 'ਚ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਭੈਣ ਭਰਾਵਾਂ ਦੀ ਜ਼ਮੀਨ ਇੰਡੀਆ 'ਚ ਹੈ, ਜਿਹਨੂੰ ਵੀ ਉਹ ਠੇਕੇ ਤੇ ਦਿੰਦੇ ਨੇ ਜਾਂ ਰੈਂਟ ਤੇ ਦਿੰਦੇ ਨੇ ਜਾਂ ਲੀਜ਼ ਤੇ ਦਿੰਦੇ ਨੇ ਜਾਂ ਰਹਿਣ ਨੂੰ ਦਿੰਦੇ ਨੇ, ਉਹਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਬੜੀਆਂ ਹੀ ਸਖਤ ਰੱਖਣ ਜੀ। ਰਿਸ਼ਤੇਦਾਰ ਵਕੀਲ ਕੋਲ ਉਹ ਸ਼ਰਤਾਂ ਲਿਖਾਉਣ। ਔਰ ਮੈਂ ਤੁਹਾਨੂੰ ਬਹੁਤ ਜਲਦੀ ਇੱਕ ਸੱਜਣ ਨਾਲ ਮੁਲਾਕਾਤ ਕਰਾਉਂਗਾ, ਇੱਕ TV ਸ਼ੋਅ ਹੀ ਆਪਾਂ ਉਹਦੇ ਤੇ ਕਰਾਂਗੇ ਜੀ। ਉਹਨਾਂ ਨੇ ਵੀ ਆਪਣੀ ਜਦੋਂ 14-15 ਸਾਲ 17 ਸਾਲ ਉਮਰ ਸੀ, ਉਦੋਂ ਜਰਮਨੀ ਚਲੇ ਗਏ, ਜਰਮਨੀ ਤੋਂ ਅੱਜ ਇੰਗਲੈਂਡ 'ਚ ਬਹਿ ਗਏ ਨੇ। ਉਹਦੀ ਪ੍ਰਾਪਰਟੀ ਹੜੱਪਣ ਲਈ ਉਹਨਾਂ ਦੇ ਝੂਠਾ ਕਤਲ ਦਾ ਮੁਕੱਦਮਾ ਤੱਕ ਪੈ ਗਿਆ, 5.5 ਸਾਲ ਜੇਲ੍ਹ 'ਚ ਬੈਠੇ ਨੇ ਉਹ। ਔਰ ਅੱਜ ਉਹ ਆਪਣਾ ਕੇਸ ਲੜਦੇ ਪਏ ਨੇ, ਪਿਛਲੇ 7 ਸਾਲਾਂ ਤੋਂ ਇੰਡੀਆ ਤੋਂ ਬਾਹਰ ਨਹੀਂ ਜਾ ਸਕੇ, ਆਪਣਾ ਪਰਿਵਾਰ ਛੱਡ ਕੇ ਇੰਡੀਆ 'ਚ ਬੈਠੇ ਨੇ, ਸਿਰਫ ਉਹਨਾਂ ਦੀ ਹੜੱਪਣ ਲਈ। ਉਹਨਾਂ ਦੇ ਸਕਿਆਂ ਨੇ, ਮੈਂ ਕਹੂੰਗਾ ਸਕਿਆਂ ਨੇ, ਸਿਰਫ ਇੱਕ ਅਟਾਰਨੀ ਗਲਤ ਦੇਣ ਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ, ਪੈਸੇ ਵੀ ਲੁਟਾਏ, ਆਪਣੀ ਜ਼ਿੰਦਗੀ ਵੀ ਖਰਾਬ ਕੀਤੀ, ਔਰ ਅੱਜ ਉਹ ਪਛਤਾ ਰਹੇ ਨੇ ਕਿ ਮੈਂ ਕਿਉਂ ਕੀਤਾ ਜੀ। ਸੋ ਮੈਂ ਕਹੂੰਗਾ ਕਿ ਜਦੋਂ ਵੀ ਕੋਈ ਭੈਣ ਭਰਾ ਮੇਰਾ ਫੋਰਨ ਬੈਠਾ ਹੈ ਔਰ ਇੰਡੀਆ 'ਚ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਉਹ ਕਿਸੇ ਨੂੰ ਵੀ ਦੇਣਾ ਚਾਹੁੰਦਾ ਹੈ, ਚਾਹੇ ਬਤੌਰ ਕੇਅਰ ਟੇਕਰ, ਚਾਹੇ ਬਤੌਰ ਯੂਜ਼ਰ, ਚਾਹੇ ਬਤੌਰ ਐਕਸ ਰੀਜ਼ਨ, ਉਹਦਾ ਬੜੇ ਤਰੀਕੇ ਨਾਲ ਪਾਵਰ ਨਹੀਂ ਲਿਖੇ, ਉਹਦੇ ਹੱਕ ਦੂਤ ਲਿਖੇ, ਜਿਹਦੇ ਵਿੱਚ ਉਹਦੇ ਆਪਣੇ ਹੱਕ ਦੂਤ ਨਾਲ ਰਹਿਣ, ਤਾਂ ਉਹ ਦਵੇ। ਨਹੀਂ ਤਾਂ ਮੈਂ ਇੱਕ ਪਰਸਨਲ ਸਲਾਹ ਦਿੰਦਾ ਕਿ ਹੋ ਸਕੇ ਤੇ ਆਪਣੀ ਪ੍ਰਾਪਰਟੀ ਇੱਥੋਂ ਡਿਸਪੋਜ਼ ਆਫ ਕਰੋ ਚੰਗੇ ਵਿੱਚੋਂ, ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਲੈ ਲਓ। ਇੰਡੀਆ 'ਚ ਆਉਣ ਨੂੰ ਬਹੁਤਾ ਜੀਅ ਕਰਦਾ, ਕੋਈ ਚੰਗਾ ਫਲੈਟ ਲੈ ਕੇ ਆਪਣੇ ਕੋਲ ਤਾਲਾ ਲਾ ਕੇ ਰੱਖ ਛੱਡੋ ਤਾਂ ਕਿ ਤੁਹਾਨੂੰ ਦਿੱਕਤ ਨਾ ਆਵੇ। ਸਰ, ਪਰ ਦੇਖਿਆ ਇਹ ਵੀ ਗਿਆ ਨਾ, ਕਿਉਂਕਿ ਜਦੋਂ ਹੁਣ ਜਿਵੇਂ ਤੁਸੀਂ ਕਿਹਾ ਕਿ ਉਹ ਆਪਣੇ ਕੋਲ ਰੱਖ ਲੈਣ, ਬਟ ਉਹਨਾਂ ਵੱਲੋਂ ਹਮੇਸ਼ਾ ਹੀ ਦੇਖਿਆ ਜਾਂਦਾ ਕਿ ਸਾਡੀ ਪ੍ਰਾਪਰਟੀ ਆ, ਅਸੀਂ ਚਾਹੁੰਦੇ ਹਾਂ ਕਿ ਉਸ ਪ੍ਰਾਪਰਟੀ ਲਈ ਕੋਈ ਦੇਖਭਾਲ ਨਹੀਂ ਮਿਲ ਜਾਵੇ। ਫਿਰ ਉਹਨਾਂ ਨੂੰ ਜਦੋਂ ਆਪਣੇ ਹੀ ਉਹਨਾਂ ਦੇ ਜਿਹੜੇ ਆ ਜ਼ਿਆਦਾਤਰ ਹੀ ਮਾਮਲੇ ਸਾਹਮਣੇ ਆਉਂਦੇ ਨੇ ਕਿ ਜਿਹੜੇ ਉਹਨਾਂ ਦੇ ਆਪਣੇ ਸਕੇ ਨੇ ਉਹੀ ਪ੍ਰਾਪਰਟੀ ਨੂੰ ਜਿਹੜੇ ਦੱਬ ਲੈਂਦੇ ਨੇ, ਤਾਂ ਫਿਰ ਕੋਈ ਏਦਾਂ ਦਾ ਪ੍ਰੋਸੈਸ ਹੈ, ਕਾਨੂੰਨੀ ਪ੍ਰੋਸੈਸ ਹੈ ਉਹਨਾਂ ਦੇ ਕੋਲ ਕਿ ਉਹ ਆਪਣੀ ਕਿਹੜੀ ਗੱਲਾਂ ਦਾ ਧਿਆਨ ਰੱਖਣ ਕਾਨੂੰਨ ਦੇ ਵਿੱਚ, ਜਦੋਂ ਕੋਈ ਆਪਣੀ ਜ਼ਮੀਨ ਦੀ ਅਸੀਂ ਕਹਿੰਦੇ ਮਲਕੀਅਤ ਆ ਕਿਸੇ ਹੋਰ ਪਰਸਨ ਨੂੰ ਟ੍ਰਾਂਸਫਰ ਕਰਨੀ ਆ? ਦੇਖੋ, ਮਲਕੀਅਤ ਤੇ ਟ੍ਰਾਂਸਫਰ ਹੀ ਨਹੀਂ ਕਰਦੀ ਨਾ। ਜੇ ਤੁਸੀਂ ਮਲਕੀਅਤ ਟ੍ਰਾਂਸਫਰ ਕਰਤੀ ਫਿਰ ਤਾਂ ਤੁਹਾਡੇ ਪੱਲੇ ਬਚੇ ਕੁਛ ਨਹੀਂ ਜੀ। ਬਿਲਕੁਲ, ਪਹਿਲੀ ਗੱਲ। ਦੂਜੀ ਗੱਲ, ਜਦੋਂ ਤੁਸੀਂ ਵੈਸੇ ਟ੍ਰਾਂਸਫਰ ਕਰਨੀ ਹੈ, ਉਹਨੂੰ ਰਾਈਟਸ ਦੇਣੇ ਹੈ ਕੇਅਰ ਟੇਕਰ ਦੇ ਜੀ। ਸਭ ਤੋਂ ਪਹਿਲਾਂ ਉਸ ਜਿਹੜੀ ਪਾਵਰ ਅਟਾਰਨੀ ਤੁਸੀਂ ਬਣਾਉਣੀ ਹੈ, ਉਹਦੇ ਵਿੱਚ ਕਲੀਅਰ ਲਿਖੋ ਇਹ ਪ੍ਰਾਪਰਟੀ ਵੇਚਣ ਦਾ ਇਹਨੂੰ ਕੋਈ ਅਧਿਕਾਰ ਨਹੀਂ, ਰੈਂਟ ਤੇ ਦੇਣ ਦਾ ਅਧਿਕਾਰ ਹੋਏਗਾ ਜਾਂ ਨਹੀਂ ਹੋਏਗਾ, ਠੀਕ ਹੈ। ਮਾਲਕੀ ਮੇਰੀ ਰਹੇਗੀ। ਜਦੋਂ ਕਿ ਜ਼ਮੀਨ ਨੂੰ ਤੇ ਕੋਈ ਇੰਸਪੈਕਸ਼ਨ ਹੋਏਗੀ, ਕੋਈ ਮਹਿਕਮਾ ਆ ਕੇ ਪੁੱਛੇਗਾ ਤੇ ਮਾਲਕੀ ਮੇਰੀ ਚਲਾਏਗਾ, ਆਪਣੇ ਨਾਂ ਤੇ ਬਿਜਲੀ ਦਾ ਮੀਟਰ ਇਹ ਨਹੀਂ ਲਵਾ ਸਕਦਾ, ਠੀਕ ਹੈ, ਪਾਣੀ ਦਾ ਮੀਟਰ ਨਹੀਂ ਲਵਾ ਸਕਦਾ ਜੀ। ਜਿਹੜਾ ਕਿਰਾਇਆ ਜਾਂ ਮੁਆਵਜ਼ਾ ਜਾਂ ਠੇਕਾ ਇਕੱਠਾ ਕਰੇਗਾ ਇਹ ਫਲਾਣੇ ਬੈਂਕ ਦੇ ਖਾਤੇ 'ਚ ਸਿੱਧਾ ਲਏਗਾ। ਉਹ ਹੋਰ ਬੜੀਆਂ ਸਾਰੀਆਂ ਗੱਲਾਂ ਨੇ ਜਿਹਦੇ ਵਿੱਚ ਹੱਕ ਜਿਹੜੇ ਕੇਅਰ ਟੇਕਰ ਆ ਉਹਦੇ ਲਿਮਿਟਿਡ ਕੀਤੇ ਜਾ ਸਕਦੇ ਨੇ।
ਸਾਰੇ ਨਹੀਂ ਦਿੱਤੇ ਜਾ ਸਕਦੇ, ਪਰ ਕੇਅਰ ਟੇਕਰ ਦੇ ਹੱਕ ਦੂਦ ਲਿਮਿਟਡ ਕੀਤੇ ਜਾ ਸਕਦੇ। ਜੀ। ਫਿਰ ਮੈਂ ਕਹੂੰਗਾ ਹੂੰ। ਕਿ ਜਦੋਂ ਵੀ ਤੁਸੀਂ ਆਪਣਾ ਰਿਹਾਇਸ਼ੀ ਮਕਾਨ ਦਿੰਦੇ ਹੋ, ਜੀ। ਆਪਣੀ ਕੋਈ ਕਮਰਸ਼ੀਅਲ ਪ੍ਰਾਪਰਟੀ ਦਿੰਦੇ ਹੋ, ਆਪਣੀ ਫੈਕਟਰੀ ਵਾਲੀ ਪ੍ਰਾਪਰਟੀ ਦਿੰਦੇ ਹੋ, ਜੀ। ਦੇ ਵਿੱਚ ਜੀ। ਆਪਣੇ ਕੋਲ ਇੱਕ ਕਬਜ਼ੇ 'ਚ ਕਮਰਾ ਜ਼ਰੂਰ ਰੱਖੋ। ਜੀ। ਤੁਸੀਂ ਉਹਦੇ ਵਿੱਚ ਲਿਖੋ ਕਿ ਇਹਦਾ ਜੀ। ਕਬਜ਼ਾ ਮੇਰੇ ਕੋਲ ਹੈ, ਇਹਨੂੰ ਤਾਲਾ ਲਾ ਕੇ ਚਾਬੀ ਮੈਂ ਲੈ ਕੇ ਜਾ ਰਿਹਾ, ਔਰ ਜੀ। ਜਦੋਂ ਵੀ ਜੀ। ਮੈਂ ਕੋਲ ਬੈਠਾ, ਮੈਂ ਚੰਡੀਗੜ੍ਹ ਬੈਠਾ ਹਾਂ, ਅੰਮ੍ਰਿਤਸਰ ਬੈਠਾ, ਉਹ ਤਾਂ ਉਹ ਪੈਸੇ ਦੇ ਕੇ ਰਾਜੀ ਨਹੀਂ ਹੈ, ਤੇ ਕੈਨੇਡਾ ਬੈਠੇ ਉਹਦੇ ਪੈਸੇ ਇੱਥੇ ਇੰਡੀਆ 'ਚ ਕਿਵੇਂ ਕੋਈ ਦੇ ਦੇਗਾ। ਜੀ। ਦੂਜੀ ਮੈਂ ਚਾਹਾਂਗਾ ਕਿ ਚੰਗਾ ਵਕੀਲ, ਕੋਈ ਸੌ ਵਕੀਲ, ਕੋਈ ਖਤਰਨਾਕ, ਮਤਲਬ ਜਿਹੜਾ ਇਮਾਨਦਾਰ ਹੋਵੇ ਔਰ ਤਿੱਖਾ ਹੋਵੇ, ਐਸਾ ਜੀ। ਵਕੀਲ ਨਾਲ ਰੱਖੋ ਜਿਹਦੇ ਕੋਲੋਂ ਜਿਹਨੂੰ ਸਾਰੀ ਡਾਕੂਮੈਂਟੇਸ਼ਨ ਦੀ ਪਰਮਿਸ਼ਨ ਹੋਵੇ ਔਰ ਉਹਨੂੰ ਇੰਸਪੈਕਸ਼ਨ ਕਰਨ ਦੇ ਰਾਈਟਸ ਹੋਣ, ਤਾਂ ਕਿ ਉਹ ਜੀ। ਜਾ ਕੇ ਤੁਹਾਨੂੰ ਇੰਸਪੈਕਟ ਕਰ ਸਕੇ, ਦੇਖ ਸਕੇ, ਔਰ ਉਹਦੇ ਤੇ ਜੋ ਵੀ ਤੁਹਾਡੇ ਹੱਕ ਦੂਦ ਹੈ ਤੁਹਾਨੂੰ ਲੈ ਕੇ ਦੇ ਸਕੇ। ਜੀ। ਟਾਈਮ ਟੂ ਟਾਈਮ ਫੇਰਾ ਬਾਰੇ, ਟਾਈਮ ਟੂ ਟਾਈਮ ਉਹਦੇ ਦੇ ਦੋ ਉਹਨੂੰ। ਸਿੰਪਲ ਜੀ ਗੱਲ ਹੈ, ਉਹਨੂੰ ਕਹੋ ਜੀ ਭਾਜੀ ਅੱਜ ਫੇਰਾ ਮਾਰੋ, ਫੋਟੋ ਖਿੱਚ ਕੇ ਭੇਜ ਦਿਓ ਤੇ ਅਸੀਂ ਤੁਹਾਨੂੰ ਇਹ ਪੈਸੇ ਪਾ ਦਿੰਦੇ ਹਾਂ। ਸੋ ਆਪਣੀ ਪ੍ਰਾਪਰਟੀ ਸਾਂਭਣੀ ਇੰਡੀਆ 'ਚ ਅੱਜ ਦੀ ਤਰੀਕ 'ਚ, ਖਾਸ ਕਰਕੇ ਰਿਸ਼ਤੇਦਾਰਾਂ ਕੋਲੋਂ, ਗੁਆਂਢੀ ਜਾਂ ਕਿਸੇ ਵੀ ਐਸੇ ਬੰਦੇ ਕੋਲੋਂ ਜਿਹਦਾ ਕੋਈ ਉਹਦੇ 'ਚ ਵੈਸਟਡ ਇੰਟਰਸਟ ਹੈਗਾ, ਬੜੀ ਔਖੀ ਹੈ। ਨੀਤਾਂ ਨੇ ਕਾਰਨ ਇਹ ਕਿ ਮੈਂ ਇੱਥੇ ਵੀ ਦੇਖਿਆ, ਮੈਂ ਆਪਣੇ ਇਹਨਾਂ ਦੇ ਭੈਣ ਭਰਾਵਾਂ ਦੇ ਕੇਸ ਲੜਦਾ ਰਹਿੰਦਾ, ਮੈਂ ਤੇ ਇਹ ਵੀ ਦੇਖਿਆ ਜਿਹੜਾ ਲੋਕਲ ਐਮਐਲਏ ਹੈ, ਸਰਪੰਚ ਹੈ, ਜਾਂ ਕੋਈ ਵੀ ਲੋਕਲ ਵੀ ਅਹੁਦੇਦਾਰ ਹੈ, ਪੋਲੀਟੀਕਲ ਪਾਰਟੀ ਦਾ ਬੰਦਾ ਹੈ, ਉਹ ਲੋਕਲ ਬੰਦਿਆਂ ਦੀ ਜ਼ਿਆਦਾ ਸੁਣਦਾ ਹੈ, ਐਨਆਰਆਈ ਦੀ ਘੱਟ ਸੁਣਦਾ ਹੈ। ਤੇ ਪੁੱਛੋ ਕਿਉਂ? ਕਹਿੰਦਾ ਵੀ ਵੋਟ ਤੇ ਮੈਨੂੰ ਲੋਕਲ ਨੇ ਪਾਉਣੀ ਹੈ, ਐਨਆਰਆਈ ਨੇ ਥੋੜੀ ਪਾਉਣੀ। ਜੀ ਬਿਲਕੁਲ। ਤੇ ਉਸ ਕਰਕੇ ਵੀ ਇੱਕ ਸੈਟਬੈਕ ਕਹਿ ਲਓ, ਇੱਕ ਧੱਕਾ ਕਹਿ ਲਓ, ਪਹੁੰਚਦਾ ਹੈ। ਸੋ ਮੈਂ ਤੇ ਪੰਜਾਬੀ ਦੀ ਗੱਲ ਕਰਦਾ ਵੀ 100 ਹੱਥ ਰੱਸਾ ਤੇ ਸਿਰੇ ਤੇ ਗੰਢ, ਆਪਣੇ ਕਬਜ਼ੇ 'ਚ ਜਿਹੜੀ ਜ਼ਮੀਨ ਰੱਖੋਗੇ ਉਹੀ ਬਚਣੀ ਜੇ, ਜਿਹੜੀ ਤੁਸੀਂ ਕਿਸੇ ਨੂੰ ਵੀ ਦਿੱਤੀ ਹੋਈ ਹੈ, ਭਾਈ ਬੁੱਧੀ 'ਚ ਵੀ ਦਿੱਤੀ ਹੈ, ਠੇਕੇ ਤੇ ਦਿੱਤੀ ਹੈ, ਜਾਂ ਕਿਸੇ ਵੀ ਸੂਰਤ 'ਚ ਦਿੱਤੀ ਹੈ, ਉਹਦੀ ਨੀਤ ਕਿੱਧਰ ਬਦਲ ਜੇ ਤੁਹਾਨੂੰ ਨਹੀਂ ਪਤਾ, ਔਰ ਤੁਹਾਨੂੰ ਕਿ ਟੁੱਟ ਕੇ ਖਾ ਲੇ। ਫਿਰ ਉਹਦੀ ਗਰਦੌਰੀ ਕਿਹਦੇ ਨਾਂ ਤੇ ਚੜ੍ਹਦੀ ਪਈ ਹੈ, ਕਾਸ਼ਤ ਕਿਹਦੇ ਨਾਂ ਤੇ ਚੜ੍ਹਦੀ ਪਈ ਹੈ, ਉਹਦੇ ਵਾਸਤੇ ਜਿਹੜੀ ਤੇ ਐਗਰੀਕਲਚਰ ਜ਼ਮੀਨ ਹੈ, ਮੈਂ ਕਹੂੰਗਾ ਕਿ ਉਹਦੀ ਪਰਤ ਪਰਿਵਾਰ ਤੇ ਪਰਤ ਸਰਕਾਰ ਹਰ ਜ਼ਰੂਰ ਲੈਣੀ ਚਾਹੀਦੀ। ਜੀ ਸਰ, ਅਗਰ ਅਸੀਂ ਗੱਲ ਕਰ ਲਈਏ ਕਿ ਕਬਜ਼ਾ ਜਦੋਂ ਪ੍ਰਵਾਸੀ ਦੀ ਜ਼ਮੀਨ ਤੇ ਕਬਜ਼ਾ ਹੁੰਦਾ, ਤਾਂ ਫਿਰ ਹੁਣ ਜਦੋਂ ਕਬਜ਼ਾ ਹੋ ਗਿਆ, ਉਹਦੇ ਕੋਲ ਕੀ ਰੈਮਡੀ ਬਚਦੀ ਹੈ ਕਿ ਉਹ ਆਪਣੀ ਜ਼ਮੀਨ ਨੂੰ ਕਿਸ ਤਰ੍ਹਾਂ ਛੁਡਾ ਸਕਦਾ। ਦੂਸਰੇ ਪਾਸੇ ਇਹ ਵੀ ਦੇਖਿਆ ਗਿਆ ਕਿ ਕਈ ਵਾਰ ਪ੍ਰਵਾਸੀ ਨੇ ਜਿਹੜੇ, ਉਹ ਆਪਣੀ ਜ਼ਮੀਨ ਆਪਣੇ ਨਾਮ ਕਰਵਾਉਣ ਦੀ ਬਜਾਏ ਪੈਸਾ ਲਗਾਉਂਦੇ ਨੇ ਤੇ ਆਪਣੇ ਹੀ ਕਿਸੇ ਸਕੇ ਰਿਸ਼ਤੇਦਾਰ ਦੇ ਨਾਮ ਜ਼ਮੀਨ ਕਰਵਾ ਦਿੰਦੇ ਨੇ, ਔਰ ਉਹਨਾਂ ਨੂੰ ਕਹਿੰਦੇ ਨੇ ਕਿ ਥੋੜੀ ਦੇਰ ਬਾਅਦ ਅਸੀਂ ਤੁਹਾਡੇ ਕੋਲੋਂ ਜ਼ਮੀਨ ਵਾਪਸ ਲੈ ਲਾਂਗੇ, ਕਿ ਫਿਲਹਾਲ ਦੇ ਲਈ ਅਸੀਂ ਤੁਹਾਡੇ ਨਾਮ ਕਰ ਦਿੰਦੇ ਹਾਂ, ਪਰ ਬਾਅਦ ਵਿੱਚ ਉਹ ਵੀ ਉਹਨਾਂ ਦੀ ਜ਼ਮੀਨ ਤੇ ਵੀ ਕਬਜ਼ਾ ਹੋ ਜਾਂਦਾ। ਤਾਂ ਉਹਨਾਂ ਕੋਲ ਕੀ ਸੋਲੂਸ਼ਨ ਹੈ, ਕਾਨੂੰਨੀ ਸਹਾਇਤਾ ਉਹਨਾਂ ਦੀ ਕੀ ਹੈ? ਜਿਸ ਭੈਣ ਭਰਾ ਨੇ ਤੇ ਆਪਣੇ ਹੱਥ ਵੱਢ ਕੇ ਆਪ ਹੀ ਦੇ ਦਿੱਤੇ ਜੀ। ਮੰਨ ਲਓ ਹੁਣ ਮੈਂ ਐਨਆਰਆਈ ਹਾਂ ਜਾਂ ਤੁਸੀਂ ਐਨਆਰਆਈ ਹੋ, ਤੁਹਾਡੇ ਅਸੀਂ ਦੋਵੇਂ ਦੋਸਤ ਆ, ਤੇ ਤੁਸੀਂ ਮੈਨੂੰ ਕਿਹਾ ਸੁਨੀਲ ਤੁਸੀਂ ਯਾਰ ਇਹ ਜ਼ਮੀਨ ਆਪਣੇ ਨਾਂ ਤੇ ਰਜਿਸਟਰੀ ਕਰਾ ਲਓ ਜੀ, ਤੇ ਮੈਂ ਅਗਲੇ ਸਾਲ ਆਉਂਗੀ ਤੇ ਆਪਣੇ ਨਾਂ ਤੇ ਕਰਾ ਲੂੰਗੀ, ਮੰਨ ਲਓ ਜੀ, ਬਿਲਕੁਲ। ਅਗਲੇ ਸਾਲ ਸੁਨੀਲ ਦੀਆਂ ਅੱਖਾਂ ਹੀ ਫਿਰ ਗਈਆਂ ਜੀ, ਤੁਸੀਂ ਪ੍ਰੂਫ ਨਹੀਂ ਕਰ ਪਾਣਾ, ਕਿਉਂਕਿ ਤੁਸੀਂ ਪਤਾ ਕੀ ਹੋਣਾ ਉੱਥੇ, ਉਸ ਐਨਆਰਆਈ ਭੈਣ ਭਰਾ ਨੇ ਪੈਸਾ ਵੀ 2 ਨੰਬਰ 'ਚ ਲਿਆਂਦਾ ਹੋਣਾ ਜੀ। ਜਦੋਂ ਤੁਸੀਂ 2 ਨੰਬਰ 'ਚ ਪੈਸਾ ਲਿਆ ਕੇ ਇੰਡੀਆ 'ਚ ਇਨਵੈਸਟ ਕੀਤਾ, ਕੱਲ ਨੂੰ ਮੇਰੇ ਵਰਗੇ ਵਕੀਲ ਨੇ ਤੁਹਾਨੂੰ ਸਵਾਲ ਪੁੱਛਣਾ ਕਿ ਮੈਡਮ ਤੁਸੀਂ ਕਹਿੰਦੇ ਹੋ ਮੈਂ ਕਰੋੜ ਰੁਪਏ ਦੀ ਕੋਠੀ ਖਰੀਦੀ ਸੀ, ਸੁਨੀਲ ਕੋਲ ਤਾਂ ਪੈਸੇ ਨਹੀਂ ਸੀਗੇ ਜੀ, ਤੇ ਤੁਸੀਂ ਕਰੋੜ ਰੁਪਏ ਕਿੱਥੋਂ ਲਿਆਂਦਾ? ਤੁਸੀਂ ਉਸੇ ਡਰ ਤੋਂ ਕਿ ਮੈਂ ਕਰੋੜ ਰੁਪਏ ਦਾ ਪੋਟਾ ਫੇਰਾ ਫੇਮਾ ਕਿਹੜੇ ਕਾਂਡ 'ਚ ਫਸ ਜਾ, ਹਵਾਲਾ ਦੇ ਕਾਂਡ 'ਚ ਫਸ ਤੇ ਮੈਂ ਛੱਡ ਪਰਾਂ, ਚੱਕ ਤੋਂ ਕੀ ਲੈਣਾ। ਸੋ ਆਪਣੇ ਆਪ 'ਚ ਅਸੀਂ ਗਲਤੀ ਕਰ ਬੈਠੇ ਹਾਂ ਕਿਸੇ ਵੇਲੇ। ਸੋ ਮੈਂ ਤੇ ਇਹ ਕਹੂੰਗਾ ਕਿ ਪ੍ਰੋਪਰ ਜਿੱਦ ਦਿੱਤੀ ਹੈ। ਹੁਣ ਤੁਸੀਂ ਦੇਖੋ ਨਾ, ਕੈਨੇਡਾ ਛੱਡ ਕੇ ਇੰਡੀਆ ਕਦੋਂ ਆਓਗੇ ਕੇਸ ਲੜਨ? ਬਿਲਕੁਲ ਜਿਹੜੇ ਵਕੀਲ ਨੂੰ ਤੁਸੀਂ ਕਹੋਗੇ ਉਹ ਕਿੰਨੀ ਪੈਰਵਾਈ ਤੁਹਾਡੀ ਕਰਨਗੇ ਜੀ, ਪੈਰਵਾਈ ਵੀ ਕਰ ਦੇਣਗੇ, ਫਿਰ ਗਵਾਹ ਕਿੱਦਾਂ ਆਉਣਗੇ ਜੀ, ਗਵਾਹ ਵੀ ਆਣਗੇ, ਗਵਾਹਾਂ ਕੋਲੋਂ ਸਵਾਲ ਕੀ ਪੁੱਛੇ ਜਾਣਗੇ। ਬੰਦਾ ਲੋਕਲ ਬੈਠਾ ਉਹਨੇ ਗਵਾਹ ਵੀ ਖਰੀਦਣੇ ਸ਼ੁਰੂ ਕਰ ਦੇਣੇ ਜੀ, ਬਿਲਕੁਲ, ਗਵਾਹੀ ਵੀ ਕੱਚੀ ਕਰਨੀ ਹੈ ਤੁਹਾਡੀ, ਮਤਲਬ ਕਿੱਥੇ ਤੱਕ ਪੈਰਵਾਈ ਕਰੋਗੇ ਜੀ। ਕਿਸਮਤ ਹੀ ਚੰਗੀ ਹੋਵੇ ਤੇ ਕੋਈ ਚੰਗਾ ਵਕੀਲ ਜਾਂ ਚੰਗਾ ਸਿਸਟਮ ਮਿਲੇ ਜਿਹਦੇ 'ਚ ਤੁਹਾਡਾ ਬਚਾਅ ਹੋ ਸਕੇ, ਅਦਰਵਾਈਜ਼ ਬੜਾ ਹੀ ਔਖਾ ਹੈ ਮਨਪ੍ਰੀਤ, ਬਹੁਤ ਔਖਾ ਹੈ ਜੀ। ਈਵਨ ਕੈਨੇਡਾ 'ਚ ਕੇਸ ਲੜਨਾ ਕਿਹੜਾ ਸੌਖਾ ਯਾਰ, ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਤੇ ਵੀ ਤੇ ਕਾਸਟਲੀ ਹੈ। ਜੇ ਇੱਥੇ
ਔਖਾ ਤੇ ਉੱਥੇ ਕਾਸਟਲੀ ਹੈ, ਗੱਲ ਤੇ ਉੱਥੇ ਆ ਜਾਂਦੀ। ਗੱਲ ਤਾਂ ਉੱਥੇ ਆ ਜੀ, ਬਿਲਕੁਲ ਬਿਲਕੁਲ ਸਰ। ਜੇ ਹੁਣ ਆਪਾਂ ਗੱਲ ਕਰ ਲਈਏ ਕਿ ਜਿਵੇਂ ਦੇਖਿਆ ਗਿਆ, ਇਹ ਤਾਂ ਸੀਗੀ ਕਿ ਅਗਰ ਉਹ ਖੁਦ ਆਪਣੀ ਜਿਹੜੀ ਆ ਜ਼ਮੀਨ ਆਪਣੇ ਕਿਸੇ ਸਕੇ ਦੇ ਨਾਮ ਕਰਵਾਉਂਦੇ ਨੇ, ਪਰ ਕਈ ਵਾਰ ਉਹ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਕਈ ਵਾਰ ਸਿਰਫ ਉਹ ਦੇਖਭਾਲ ਦੇ ਲਈ, ਜਾਂ ਫਿਰ ਕਹਿੰਦੇ ਨੇ ਕਿ ਜਿਹੜੀ ਸਾਡੀ ਜ਼ਮੀਨ ਆ ਫਿਲਹਾਲ ਦੇ ਲਈ ਅਸੀਂ ਠੇਕੇ ਤੇ ਚਾੜ ਦਿੰਦੇ ਹਾਂ ਤੇ ਬਾਅਦ ਵਿੱਚ ਆ ਕੇ ਅਸੀਂ ਆਪਣੀ ਜ਼ਮੀਨ ਨੂੰ ਵੇਚ ਦਾਂਗੇ, ਪਰ ਉਸੇ ਜ਼ਮੀਨ ਦੇ ਉੱਪਰ ਕਬਜ਼ਾ ਹੋ ਜਾਂਦਾ। ਫਿਰ ਉਹਨਾਂ ਕੋਲ ਕੀ ਜਿਹੜੇ ਨੇ ਰਾਸਤੇ ਬਚਦੇ ਨੇ ਆਪਣੀ ਜ਼ਮੀਨ ਦੀ ਮਲਕੀਅਤ ਨੂੰ ਵਾਪਸ ਲੈਣ ਦੇ? ਦੇਖੋ, ਇਹਦੇ ਵਾਸਤੇ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਪਏਗਾ ਕਿ ਜਦੋਂ ਮਨਪ੍ਰੀਤ ਨੇ ਸੁਨੀਲ ਨੂੰ ਆਪਣੀ ਜ਼ਮੀਨ ਦਿੱਤੀ ਸੀ, ਉਸ ਵੇਲੇ ਕਿਹੜੇ ਹਾਲਾਤ ਸੀ ਤੇ ਕੀ ਸਰਕਮਸਟੈਂਸਿਸ ਸੀ ਤੇ ਕਿਹੜੀਆਂ ਸ਼ਰਤਾਂ ਦੇ ਬਿਹਾਫ ਤੇ ਤੁਸੀਂ ਉਹ ਜ਼ਮੀਨ ਮੈਨੂੰ ਦਿੱਤੀ ਜੀ, ਔਰ ਸੁਨੀਲ ਨੇ ਉਹ ਕਬਜ਼ਾ ਕਿਸ ਰੂਪ ਚ ਕੀ ਆਪਣੇ ਆਪ ਨੂੰ ਸ਼ੋਅ ਕਰਕੇ ਕੀਤਾ ਜੀ। ਪਹਿਲਾਂ ਤੇ ਉਹ ਹਾਲਾਤ ਸਾਹਮਣੇ ਆਉਣਗੇ, ਉਹਨਾਂ ਹਾਲਾਤਾਂ ਤੋਂ ਬਾਅਦ ਫਿਰ ਅਸੀਂ ਉਹ ਕਲੇਮ ਜਿਹੜੇ ਨੇ ਆਪਣੇ, ਜਾਂ ਮਨਪ੍ਰੀਤ ਕੋਲ ਫਿਰ ਇਹ ਵੀ ਰਸਤਾ ਬਚਦਾ ਕਿ ਉਹ ਮੇਰੇ ਤੇ FIR ਕਰਾ ਸਕੇ। ਜੀ, ਮੈਂ ਇਹਦੇ ਵਿੱਚ ਬੜੀ ਲੰਬੀ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ ਕਿ ਫੋਰ ਐਗਜ਼ਾਮਪਲ ਮਨਪ੍ਰੀਤ ਨੇ ਇੱਕ ਉਹ ਆਪਾਂ ਦੁੱਧ ਕਰ ਲਾਂਗੇ ਜੀ, ਪਾਵਰ ਅਟਾਰਨੀ ਹੋਲਡਰ ਕਹਿੰਦਾ ਮੈਨੂੰ ਵੀ ਮੁਫਤ ਚ ਮਿਲਦੀ ਪਈ ਹੈ ਤੇ ਮੈਂ ਕਿਉਂ ਨਾ ਮਨਪ੍ਰੀਤ ਨੂੰ ਝੂਠ ਬੋਲਾਂ, ਤੇ ਮਨਪ੍ਰੀਤ ਮਤਲਬ ਝੂਠ ਬੋਲਦਾ ਰਹਿੰਦਾ ਕਿ ਹਾਂਜੀ ਹਾਂਜੀ ਮੈਂ ਧਿਆਨ ਰੱਖ ਰਿਹਾ, ਅੰਦਰ ਖਾਤੇ ਜ਼ਮੀਨਾਂ 10-10 ਸਾਲ ਪਹਿਲਾਂ ਟ੍ਰਾਂਸਫਰ ਹੋ ਗਈ, ਝੂਠੇ ਕੇਸ ਕਰਕੇ ਜਿੱਤ ਲਏ ਨੇ, ਔਰ ਕੋਰਟ ਦੇ ਆਰਡਰ ਦਿਖਾ ਕੇ ਕੇਸ ਆਪਣੇ ਫੇਵਰ ਚ ਕੀਤੇ ਪਏ ਨੇ। ਹੁਣ ਕੋਰਟ ਨੇ ਜਾਂ ਜਿੰਨੇ ਵੀ ਜਿਹੜੀ ਵੀ ਆਰਗੇਨਾਈਜੇਸ਼ਨ ਨੇ ਟ੍ਰਾਂਸਫਰ ਕਰਨਾ ਹੈ ਤੇ ਕੋਰਟ ਕਾਗਜ਼ ਦੇਖਣਾ ਨਾ ਜੀ, ਜਿਹੜੀ ਵੀ ਆਰਗੇਨਾਈਜੇਸ਼ਨ ਉਹਨੂੰ ਜਦੋਂ ਕੋਰਟ ਦਾ ਪੇਪਰ ਦਿਖਦਾ ਪਿਆ ਉਹ ਟ੍ਰਾਂਸਫਰ ਕਰਦੇ, ਜਦੋਂ ਤੁਹਾਨੂੰ ਪਤਾ ਲੱਗੇਗਾ ਲਿਮਿਟੇਸ਼ਨ ਪੀਰੀਅਡ ਐਕਸਪਾਇਰ ਹੋ ਚੁੱਕਾ ਹੋਏਗਾ। ਸੋ ਕਈ ਪ੍ਰੋਬਲਮਸ ਆਉਂਦੀਆਂ ਨੇ ਜਿਹੜੇ ਸਾਡੇ ਭੈਣ ਭਰਾ ਨਹੀਂ ਸਮਝ ਪਾਉਂਦੇ। ਸੋ ਮੈਂ ਇਹਦੇ ਤੇ ਕਹਿਣਾ ਚਾਹੁੰਦਾ ਕਿ ਆਪਣੀ ਜ਼ਮੀਨ ਦੀ ਨਜ਼ਰ ਆਪਣੇ ਆਪ ਰੱਖੋ ਔਰ ਡਾਕੂਮੈਂਟ ਚੈੱਕ ਕਰਦੇ ਰਹੋ। ਔਰ ਅੱਜ ਕੱਲ੍ਹ ਇੱਕ ਬੜਾ ਵਧੀਆ ਸਿਸਟਮ ਆ ਚੁੱਕਾ ਹੈ ਜੀ, ਈ ਕੋਰਟਸ ਦਾ ਸਿਸਟਮ ਹੈ। ਈ ਕੋਰਟ ਵਿੱਚ ਜਾ ਕੇ ਆਪਣਾ ਨਾਮ ਪਾ ਕੇ, ਆਪਣੇ ਜਿਹੜੇ ਰਿਸ਼ਤੇਦਾਰ ਨੂੰ ਜ਼ਮੀਨ ਦਿੱਤੀ ਉਹਦਾ ਨਾਮ ਪਾ ਕੇ, ਜਿਹੜਾ ਪਾਵਰ ਹੋਲਡਰ ਹੈ ਉਹਦਾ ਨਾਮ ਪਾ ਕੇ ਵੈਰੀਫਿਕੇਸ਼ਨ ਕਰਦੇ ਰਹੋ। ਹੁਣੇ ਮੇਰੇ ਕੋਲ ਕੈਨੇਡਾ ਤੋਂ ਕਲਾਇੰਟ ਨੇ, ਉਹ ਪਰਸੋਂ ਹੀ ਨਾਲ ਉਹਨਾਂ ਦੀ ਬੇਟੀ, ਉਹਨਾਂ ਦਾ ਬੇਟਾ ਔਰ ਉਹ ਉਹਨਾਂ ਲਾਈਨ ਤੇ ਸੀ। ਮੈਨੂੰ ਕਹਿੰਦਾ ਹੁਸ਼ਿਆਰਪੁਰ ਸਾਡੀ ਜ਼ਮੀਨ ਹੈ, ਸਾਡਾ ਕੇਸ ਚੱਲ ਰਿਹਾ, ਸਾਡੇ ਵਕੀਲ ਸਾਹਿਬ ਕੁਛ ਸਾਨੂੰ ਦੱਸੋ ਵੀ ਅਸੀਂ ਕੀ ਕਰੀਏ। ਸੋ ਮੈਂ ਇੱਥੇ ਸਾਰੇ ਭੈਣ ਭਰਾ ਜਿਹੜੇ ਵੀ ਮੇਰੇ TV ਸ਼ੋਅ ਦੇਖ ਰਹੇ ਨੇ ਉਹਨਾਂ ਨੂੰ ਮੈਂ ਨੌਲੇਜ ਦੇਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਆਪਣੇ ਮੋਬਾਈਲ ਤੇ ਲੈਪਟਾਪ ਤੇ ਬੈਠੋਗੇ, ਮੋਬਾਈਲ ਦੇ ਵਿੱਚ ਐਪ ਆਉਂਦੀ ਹੈ ਇੰਡੀਆ ਦੀ ਈ ਕੋਰਟਸ, ਆਪਣੇ ਵੀ NRI ਭੈਣ ਭਰਾ ਨੇ ਉਹਨਾਂ ਨੂੰ ਮੈਂ ਇਹੋ ਸਮਝ ਦਿੰਦਾ ਈ ਕੋਰਟਸ ਵਿੱਚ ਸਿਸਟਮ ਚੈੱਕ ਕਰਦੇ ਰਿਹਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ। ਜੀ ਸਰ, ਇਹ ਤਾਂ ਗੱਲ ਸੀਗੀ ਕਿ ਅਗਰ ਜਿਹੜੀ ਆ ਅਸੀਂ ਆਪਣੀ ਜ਼ਮੀਨ ਕਿਸੇ ਦੂਸਰੇ ਪਰਸਨ ਦੇ ਕੋਲ ਸਿਰਫ ਰਖਵਾਲੀ ਨਹੀਂ ਰੱਖਦੇ ਹਾਂ, ਬਟ ਹੁਣ ਅਗਰ ਗੱਲ ਕਰੀਏ ਕਿ ਅਗਰ ਕੋਈ ਪ੍ਰਵਾਸੀ ਪਰਸਨ ਜਿਹੜਾ ਪ੍ਰਵਾਸੀ ਹੈ, ਜਿਹੜਾ ਭਾਰਤੀ ਇੱਥੋਂ ਕੈਨੇਡਾ ਤੋਂ ਜਾਂ ਕਿਸੇ ਹੋਰ ਵੀ ਜਿਹੜੀ ਆ ਦੇਸ਼ ਤੋਂ ਪ੍ਰਾਪਰਟੀ ਨੂੰ ਪਰਚੇਸ ਕਰਨਾ ਚਾਹੁੰਦਾ ਇੰਡੀਆ ਦੇ ਵਿੱਚ, ਤਾਂ ਉਹਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਇੱਕ ਪਹਿਲਾਂ ਤੁਸੀਂ ਫਿਰ ਦੁਬਾਰਾ ਅਨਾਉਂਸਮੈਂਟ ਕਰ ਦਿਓ ਆਪਣੇ ਦਰਸ਼ਕਾਂ ਲਈ ਕਿ ਇਹ ਪ੍ਰੋਗਰਾਮ ਲਾਈਵ ਦੇਖ ਰਹੇ ਨੇ ਸਾਡਾ, ਔਰ ਚੈਨਲ ਦੇ ਦਿੱਤੇ ਨੰਬਰਾਂ ਤੇ ਉਹ ਗੱਲ ਕਰ ਸਕਦੇ ਨੇ ਔਰ ਸਾਡੇ ਕੋਲ ਕੋਈ ਵੀ ਸਵਾਲ ਪੁੱਛ ਸਕਦੇ ਨੇ। ਔਰ ਬਾਕੀ ਮੇਰੇ ਕੋਲੋਂ ਕੋਈ ਸਵਾਲ ਪੁੱਛਣਾ ਹੋਵੇ ਔਰ ਪਰਸਨਲਾਈਜ਼ ਸਵਾਲ ਹੋਵੇ, ਪ੍ਰਾਈਵੇਸੀ ਮੇਨਟੇਨ ਕਰਨੀ ਹੈ, ਤੇ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਦਿੱਤੇ ਨੰਬਰਾਂ ਤੇ। ਜੀ ਸਰ, ਬਿਲਕੁਲ। ਅਸੀਂ ਇੱਕ ਵਾਰ ਦਰਸ਼ਕਾਂ ਨੂੰ ਜ਼ਰੂਰ ਇਹ ਜਾਣਕਾਰੀ ਦੇਵਾਂਗੇ ਕਿ ਸਾਡਾ ਇਹ ਲਾਈਵ ਪ੍ਰੋਗਰਾਮ ਹਮਦਰਦ ਮੀਡੀਆ ਗਰੁੱਪ ਦੇ ਫੇਸਬੁੱਕ ਪੇਜ ਤੇ ਲਾਈਵ ਹੈ। ਅਗਰ ਪ੍ਰੋਪਰਟੀ ਨਾਲ ਰਿਲੇਟਡ, ਇੰਡੀਅਨ ਪ੍ਰੋਪਰਟੀ ਨਾਲ ਰਿਲੇਟਡ ਤੁਹਾਡਾ ਕੋਈ ਕੁਐਸਚਨ ਆ, ਤੁਸੀਂ ਸਾਨੂੰ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਸੁਨੀਲ ਜੀ ਤੋਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਨੇ, ਜਿਹੜੀਆਂ ਤੁਸੀਂ ਕੋਈ ਮੁਸ਼ਕਿਲ ਸਾਹਮਣੇ ਆ ਰਹੀ ਹੈ, ਜਾਂ ਤੁਸੀਂ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ, ਕੋਈ ਵੀ ਕਾਨੂੰਨੀ ਸਲਾਹ ਚਾਹੀਦੀ ਹੈ, ਤੁਸੀਂ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਾਨੂੰ ਕਾਲ ਕਰ ਸਕਦੇ ਹੋ। ਜੀ ਸਰ। ਸਰ, ਹੁਣ ਅਸੀਂ ਗੱਲ ਕਰ ਰਹੇ ਸੀ ਕਿ ਮੈਂ ਕਹਿਣਾ ਚਾਹੁੰਦਾ ਨਾਟ ਪ੍ਰੋਪਰਟੀ ਕ੍ਰਿਮੀਨਲ ਡਿਸਪਿਊਟ ਹੈ, ਕੋਈ ਕ੍ਰਿਮੀਨਲ ਕੇਸ ਹੈ, ਕਿਸੇ ਤਰ੍ਹਾਂ ਦੀ ਕਾਨੂੰਨੀ ਸਲਾਹ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਜਿਹੜਾ ਪ੍ਰੋਗਰਾਮ ਹੈ ਜਿਹਦੇ ਤੇ ਤੁਸੀਂ ਕਾਨੂੰਨ ਦੇ ਹੀ ਗੱਲ ਕਰਦੇ ਹੋ, ਕਿਸੇ ਕਿਸਮ ਦੀ ਵੀ ਸਲਾਹ ਲੈ ਸਕਦੇ ਹੋ। ਜੀ ਬਿਲਕੁਲ ਸਰ। ਜੀ
ਸੋ ਸਰ ਤੁਸੀਂ ਹੁਣ ਕੋਈ ਗੱਲ ਸਵਾਲ ਕਰ ਰਹੇ ਸੀ ਪੁੱਛੋ। ਪ੍ਰਾਪਰਟੀ ਨੂੰ ਖਰੀਦਣ ਜੀ, ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਅਗਰ ਕੋਈ ਪਰਸਨ, ਕੋਈ ਇਨਵੈਸਟ ਕਰਨਾ ਚਾਹੁੰਦੇ ਆ, ਉਹ ਕਹਿੰਦੇ ਆ ਕਿ ਅਸੀਂ ਜਿਹੜੀ ਆਪਣੀ, ਕਿਉਂਕਿ ਜ਼ਿਆਦਾਤਰ ਦੇਖਿਆ ਗਿਆ ਕਿ ਵਿਦੇਸ਼ਾਂ ਵਿੱਚ ਰਹਿ ਕੇ ਵੀ ਆ ਜਿਹੜਾ ਭਾਰਤੀਆਂ ਦਾ ਪਿਆਰ ਆ ਆਪਣੇ ਦੇਸ਼ ਲਈ ਖਤਮ ਨਹੀਂ ਹੁੰਦਾ, ਪੰਜਾਬੀਆਂ ਦਾ ਪਿਆਰ ਆ, ਉਹ ਸਟਿਲ ਆਪਣੀ ਜਿਹੜੀ ਉੱਥੇ ਇਨਵੈਸਟ ਕਰਨਾ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਬਹਾਨੇ ਅਸੀਂ ਉੱਥੇ ਇੱਕ ਗੇੜਾ ਮਾਰ ਸਕੀਏ। ਬੇਸ਼ੱਕ ਉਹਨਾਂ ਦੇ ਪਰਿਵਾਰ ਨੇ ਵਿਦੇਸ਼ਾਂ ਵਿੱਚ ਵਸ ਚੁੱਕੇ ਨੇ, ਪਰ ਉਹ ਚਾਹੁੰਦੇ ਨੇ ਕਿ ਅਸੀਂ ਜਿਹੜੀਆਂ ਆਪਣੀ ਪ੍ਰਾਪਰਟੀ ਨੂੰ ਉੱਥੇ ਜਿਹੜੀਆਂ ਪਰਚੇਜ਼ ਕਰਕੇ ਰੱਖੀਏ। ਫਿਰ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉਸ ਟਾਈਮ? ਦੇਖੋ, ਪਹਿਲਾਂ ਤਾਂ ਪਰਚੇਜ਼ ਕਰਨ ਲੱਗਿਆ ਉਹਨਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ। ਪਰਚੇਜ਼ ਕਰਨ ਲੱਗਿਆ ਜੀ ਸਭ ਤੋਂ ਪਹਿਲਾਂ ਤੇ ਜੀ ਸਰ, ਅਸੀਂ ਕੋਈ ਕਾਲ ਗੱਲਬਾਤ ਆਈ ਜਾਰੀ ਰੱਖਾਂਗੇ। ਪਹਿਲਾਂ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ। ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਹਮਦਰ ਟੀਵੀ ਤੇ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਹਮਦਰ ਟੀਵੀ ਤੇ। ਕੀ ਪੁੱਛਣਾ ਚਾਹੁੰਦੇ ਹੋ ਜੀ? ਵੀ ਕਿਹੜੀ ਫਿਲਮ ਦਾ ਤਾਂ ਰੱਖਣਾ ਚਾਹੀਦਾ NRI ਨੂੰ ਇੰਡੀਆ? ਮੈਮ ਕੁਐਸਚਨ ਰਿਪੀਟ ਕਰੋਗੇ ਜੀ? ਵੀ ਜ਼ਮੀਨਾਂ ਬਾਰੇ, ਕੋਈ ਵੀ ਆਪਣੀ ਪ੍ਰਾਪਰਟੀ ਆ ਇੱਥੇ ਇੰਡੀਆ, ਵੀ ਉਹਦੇ ਬਾਰੇ ਕੀ ਧਿਆਨ ਰੱਖਣਾ ਚਾਹੀਦਾ ਵਾ, ਕਿਹੜੀਆਂ ਕਿਹੜੀਆਂ ਗੱਲਾਂ ਦਾ? ਜੀ ਉਹੀ ਗੱਲ ਕਰ ਰਹੇ ਮੈਮ, ਤੁਹਾਡਾ ਕੋਈ ਸਪੈਸੀਫਿਕ ਕੁਐਸਚਨ ਆ ਉਹੀ ਦੱਸ ਰਹੇ ਹਾਂ ਜੀ। ਖਰੀਦਣ ਲਈ ਤੁਸੀਂ ਪੁੱਛਣਾ ਚਾਹੁੰਦੇ ਕਿ ਅਗਰ ਪ੍ਰਾਪਰਟੀ ਖਰੀਦਣੀ ਆ ਜਾਂ ਤੁਹਾਡੀ ਆਲਰੇਡੀ ਪ੍ਰਾਪਰਟੀ ਉੱਥੇ ਹੈਗੀ ਆ? ਇਹ ਆਪਦੀ ਹੈਗੀ ਆ, ਉਹਦੇ ਬਾਰੇ ਗੱਲ ਕਰ। ਜੀ ਠੀਕ ਹੈ ਮੈਮ, ਪੁੱਛਣਾ ਕੀ ਚਾਹੁੰਦੇ ਕਿ ਪ੍ਰਾਪਰਟੀ ਹੈ ਜਿਹੜੀ ਉੱਥੇ ਹੈਗੀ ਆ, ਕੋਈ ਤੁਹਾਡਾ ਕੋਈ ਮੈਟਰ ਹੈ ਪ੍ਰਾਪਰਟੀ ਨਾਲ ਰਿਲੇਟਡ? ਉੱਥੇ ਠੇਕੇ ਤੇ ਦਿੱਤੀ ਹੋਈ ਆ ਕਿਸੇ ਨੂੰ। ਜੀ, ਤੇ ਉਹਦੇ ਤੇ ਕਬਜ਼ਾ ਵਗੈਰਾ ਹੋਇਆ ਤੁਹਾਡਾ ਕੋਈ, ਇਹ ਪੁੱਛਣਾ ਚਾਹੁੰਦੇ? ਨਹੀਂ ਹੋਇਆ ਤਾਂ ਹੈਗਾ, ਵੀ ਧਿਆਨ ਕਿਹੜੀਆਂ ਤੇ ਕਿਹੜੀਆਂ ਉਹਦਾ ਧਿਆਨ ਕਿਵੇਂ ਰੱਖੀਏ? ਜੀ ਠੀਕ ਹੈ ਜੀ, ਠੀਕ ਹੈ ਜੀ। ਆਨਸਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ। ਦੇਖੋ, ਇਹਦੇ ਵਿੱਚ ਜਿਵੇਂ ਭੈਣ ਜੀ ਨੇ ਸਵਾਲ ਪੁੱਛਿਆ ਵੀ ਠੇਕੇ ਤੇ ਜ਼ਮੀਨ ਦਿੱਤੀ ਉਹਦਾ ਕਿਵੇਂ ਖਿਆਲ ਰੱਖੀਏ। ਜੀ ਸਭ ਤੋਂ ਪਹਿਲਾ ਧਿਆਨ ਤੇ ਇਹ ਰੱਖਣਾ ਕਿ ਜਿਹੜੀ ਉੱਥੋਂ ਦੀ ਪ੍ਰਾਪਰਟੀ ਹੈ ਉਹਦੀ ਫਰਦ, ਜਿਹੜੀ ਜੀ। ਪਰਤ ਪਟਵਾਰ ਕਢਾ ਕੇ ਚੈੱਕ ਕਰਨੀ ਹੈ ਕਿ ਹੂੰ ਜਿਹਨੂੰ ਵੀ ਤੁਸੀਂ ਠੇਕੇ ਤੇ ਦਿੱਤੀ ਹੈ, ਕਾਸ਼ਤਕਾਰ ਦੀ ਥਾਂ ਤੇ ਜੇ ਉਹਦਾ ਨਾਮ ਲਿਖਿਆ ਹੂੰ ਕਾਸ਼ਤਕਾਰ ਦੀ ਥਾਂ ਤੇ ਜੀ ਉਹਨੂੰ ਤੁੜਵਾਉਣਾ ਜ਼ਰੂਰੀ ਹੈ। ਹੂੰ ਉੱਥੇ ਕਾਸ਼ਤਕਾਰ ਤੇ ਆਪਣਾ ਨਾਮ ਲਿਖਾਉਣਾ ਤੁਸੀਂ, ਨੰਬਰ 1। ਜੀ ਨੰਬਰ 2, 2 ਸਾਲਾਂ ਬਾਅਦ, 2 ਜਾਂ 3 ਸਾਲਾਂ ਬਾਅਦ ਜਿਹੜੀ ਵੀ ਠੇਕੇ ਦੀ ਜ਼ਮੀਨ ਦਿੱਤੀ ਹੈ ਉਹਦਾ ਠੇਕਾ ਕਾਗਜ਼ਾਂ 'ਚ ਜ਼ਰੂਰ ਤੋੜ ਲਓ। ਜੀ ਪ੍ਰੈਕਟੀਕਲੀ ਮਨਪ੍ਰੀਤ ਮੈਮ ਜਾਂ ਬਾਕੀ ਚੀਜ਼ਾਂ ਕਰਾ, ਠੀਕ ਹੈ। ਜੀ ਜੀ ਸੋ ਦੂਸਰਾ ਕੰਮ ਤੁਸੀਂ ਪਰਤ ਪਟਵਾਰ ਤੇ ਪਰਤ ਸਰਕਾਰ ਦੇਖਣੀ ਹੈ। ਤੀਜੀ ਚੀਜ਼, ਇਲਾਕੇ ਦਾ ਨੰਬਰਦਾਰ, ਇਲਾਕੇ ਦਾ ਜਿਹੜਾ ਉੱਥੇ ਕੋਈ ਵੀ ਸੀਨੀਅਰ ਹੈ ਉਹਦੇ ਨਾਲ ਆਪਣਾ ਤੁਸੀਂ ਧਿਆਨ ਰੱਖਣਾ ਹੈ। ਜੇ ਤੁਹਾਡੀ ਖੇਤਾਂ 'ਚ ਬੰਬੀ ਲੱਗੀ ਹੈ ਤੇ ਉਹਦਾ ਜਿਹੜਾ ਕਿਹਦੇ ਨਾਂ ਤੇ ਆ ਰਿਹਾ ਉਹਦੇ ਬਿੱਲ ਦੀ ਕਾਪੀ ਲਗਾਤਾਰ ਲੈਣੀ ਹੈ, ਚਾਹੇ ਜ਼ੀਰੋ ਬਿੱਲ ਆਵੇ, ਉਹਨੂੰ ਆਨਲਾਈਨ ਖਾਤਾ ਨੰਬਰ ਪਾ ਕੇ ਚੈੱਕ ਕਰਦੇ ਰਹਿਣਾ। ਕਿਸੇ ਵੇਲੇ ਉਹ ਖਾਤਾ ਤੇ ਨਹੀਂ ਚੇਂਜ ਕਰਾ ਲਿਆ ਉਹਨਾਂ ਬੰਦਿਆਂ ਨੇ, ਉਹਦੇ ਬਿੱਲ ਕੌਣ ਪੇ ਕਰ ਰਿਹਾ, ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜੀ ਜ਼ਮੀਨ ਦੀ ਨਿਸ਼ਾਨਦੇਹੀ ਹੈ, ਕਿੱਥੋਂ ਸ਼ੁਰੂ ਹੁੰਦੀ ਸੀ ਕਿੱਥੇ ਖਤਮ ਹੁੰਦੀ ਸੀ, ਤੁਸੀਂ ਪੱਕੀਆਂ ਨਿਸ਼ਾਨਦੇਹੀਆਂ ਆਪਣੀਆਂ ਬਣਾਓ। ਪੱਕੀ ਨਿਸ਼ਾਨਦੇਹੀ ਕਿਹਨੂੰ ਕਹਿੰਦੇ ਆ ਕਿ ਉਹਦੇ 'ਚ ਕੋਨੇ ਤੇ ਜ਼ਮੀਨ 'ਚ ਖੱਡਾ ਕਰੋ, ਖੱਡਾ ਕਰਕੇ ਉਹਦੇ ਵਿੱਚ ਇੱਕ ਚਿੱਟੇ ਰੰਗ ਦਾ ਪਾਈਪ ਪਾਓ, ਪਾਈਪ ਪਾ ਕੇ ਉਹਦੇ 3 ਸਰੀਏ ਕੱਢੋ, 3 ਸਰੀਏ ਕੱਢ ਕੇ ਉਹਦੇ ਵਿੱਚ ਸੀਮਿੰਟ ਭਰਾ ਦਿਓ ਤਾਂ ਕਿ ਤੁਹਾਡਾ ਪੱਕਾ ਸਾਬਤ ਹੋ ਸਕੇ ਕਿ ਉਹ ਤੁਹਾਡਾ ਕਬਜ਼ਾ। ਆਂਢ ਨੂੰ ਮਿਲਦੇ ਰਹੋ ਟਾਈਮ ਟੂ ਟਾਈਮ। ਔਰ ਸਭ ਤੋਂ ਜ਼ਰੂਰੀ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਆਪਣੀ ਫਰਦ, ਜਿਹੜੀ ਵੀ ਤੁਹਾਡੀ ਪ੍ਰਾਪਰਟੀ ਦੀ ਫਰਦ ਹੈ ਪਟਵਾਰੀ ਕੋਲੋਂ, ਉਹ ਲਗਾਤਾਰ ਲਵੋ ਤੇ ਜਿਹੜਾ ਕਾਸ਼ਤ ਕਰਦਾ ਨਾ ਆਪਣਾ ਚੈੱਕ ਕਰਾਉਂਦੇ ਰਹੋ ਤੇ 2 ਸਾਲਾਂ ਬਾਅਦ ਉਹਦਾ ਠੇਕਾ ਤੋੜ ਕੇ ਇਹ ਫਾਰਮ ਆਪਣੇ ਨਾਮ ਤੇ ਦਿੰਦੇ ਰਹੋ ਜੀ। ਸੋ ਇਹ ਬੜੇ ਜ਼ਰੂਰੀ ਗੱਲਾਂ ਨੇ ਜਿਹੜੀਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਔਰ ਉਹਦੇ ਮੁਤਾਬਕ ਕੰਮ ਕਰਨਾ, ਉਹਦੇ ਤੇ ਧਿਆਨ ਰੱਖਣਾ ਔਰ ਆਪਣੀ ਜ਼ਮੀਨ ਬਚਾਉਣਾ, ਇਹ ਸਭ ਤੋਂ ਸੌਖਾ ਤੇ ਚੰਗਾ ਤਰੀਕਾ। ਬਾਕੀ ਫਰੀਕੁਐਂਟ ਵਿਜ਼ਿਟ ਆਪਣੇ ਸ਼ਹਿਰ 'ਚ, ਆਪਣੇ ਪਿੰਡ 'ਚ ਪਤਾ ਲੱਗਦਾ ਰਹੇ। ਜ਼ਰੂਰ ਦੇਖੋ, ਸ਼ਰਮ ਨਾ ਕਰੋ, ਉਸ ਬੰਦੇ ਨੂੰ ਕਹਿ ਕੇ ਪਟਵਾਰੀ ਕੋ ਖੁਦ ਜਾ ਕੇ, ਔਰ ਹਾਂ ਜੋ ਫਰਦ ਵੀ ਹੈ ਉਹ ਕਿਸੇ ਤੀਸਰੇ ਬੰਦੇ ਨੂੰ ਮੰਗਾਉਣੀ ਹੈ। ਜਿਵੇਂ ਤੁਸੀਂ ਆਪਣੀ ਜ਼ਮੀਨ ਮੈਨੂੰ ਦਿੱਤੀ ਤੇ ਮੈਨੂੰ ਨਹੀਂ ਕਹਿਣਾ ਜੀ ਫਰਦ ਬਣਾ ਕੇ ਲਿਆਵੇ, ਮੈਂ ਪਟਵਾਰੀ ਜਾਂ 500 ਦੇ ਕੇ ਜੋ ਮਰਜ਼ੀ ਲਿਖਾ ਕੇ ਲਿਆਵਾਂ ਜੀ, ਬਿਲਕੁਲ ਤੀਜੇ ਬੰਦੇ ਨੂੰ ਭੇਜਣਾ। ਔਰ ਅੱਜ ਕੱਲ੍ਹ ਮੈਂ ਹੋਰ ਦਰਸ਼ਕਾਂ ਨੂੰ ਦੱਸ ਦਿਆਂ ਕਿ ਕੰਪਿਊਟਰਾਈਜ਼ ਸਿਸਟਮ ਹੋ ਚੁੱਕਾ ਹੈ। ਪ੍ਰਾਪਰਟੀ ਦਾ ਖਸਰਾ ਨੰਬਰ ਜਾਂ ਖਾਤਾ ਨੰਬਰ ਦੱਸ ਕੇ ਤੁਹਾਡਾ ਸਾਰਾ ਸਿਸਟਮ ਪੂਰਾ ਫਰਦ ਆ ਜਾਂਦੀ ਹੈ। ਉਹ ਫਰਦ ਦੀ ਕਾਪੀ ਤੁਸੀਂ ਲੈਂਦੇ ਰਹੋ ਔਰ ਬਹੁਤ ਜਲਦੀ ਸਬਕ ਪਾ ਕੇ ਇਹ ਆਨਲਾਈਨ ਤੁਸੀਂ ਕੱਢ ਪਾਇਆ।
ਸਰ ਤੇ ਇਹਦੀ ਅਗਰ ਕੋਈ ਆਨਲਾਈਨ ਆਪਣੀ ਫਰਦ ਕਢਵਾਉਣਾ ਚਾਹੁੰਦਾ ਤੇ ਇਹਦੇ ਲਈ ਕੋਈ ਫੀਸ ਵਗੈਰਾ ਕਾਨੂੰਨ ਵੱਲੋਂ ਰੱਖੀ ਗਈ ਹੈ ਕਿ ਜਾਂ ਤੁਸੀਂ ਸਿੰਪਲ ਆਨਲਾਈਨ ਦੇ ਵਿੱਚ ਜਾ ਕੇ ਤੁਸੀਂ ਆਪਣੀ ਫਰਦ ਕਢਵਾ ਸਕਦੇ ਹੋ? ਨਹੀਂ, ਆਨਲਾਈਨ ਵਾਲੇ ਦੀ ਕੋਈ ਫੀਸ ਨਹੀਂ ਗੀ ਜਿਹੜੀ ਤੁਸੀਂ ਆਪ ਕੱਢਣੀ ਹੈ, ਜੀ। ਪਰ ਜਿਹੜੀ ਤੁਸੀਂ ਸਰਕਾਰੀ ਫਰਦ ਕੇਂਦਰ ਤੇ ਜਾ ਕੇ ਕੱਢਣੀ ਹੈ ਉਹਦੀ 20 ਰੁਪਏ ਸਰਕਾਰੀ ਫੀਸ ਰੱਖੀ ਗਈ ਹੈ। ਜੀ। ਉਹ ਸਰਕਾਰੀ ਫੀਸ 20 ਰੁਪਏ ਤਾਰੋ ਤੇ ਇੱਕ ਪਰਤ ਦੀ ਤੁਹਾਨੂੰ ਕਾਪੀ ਮਿਲ ਜਾਏਗੀ, ਮੋਹਰ ਲੱਗ ਕੇ ਸਾਈਨ ਹੋ। ਜੀ 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 ਸਰ ਅਸੀਂ ਗੱਲ ਕਰ ਰਹੇ ਸੀਗੇ ਪ੍ਰਾਪਰਟੀ ਨੂੰ ਖਰੀਦਣ ਦੇ ਟਾਈਮ ਜਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਹਾਂ, ਮੈਂ ਇਹ ਗੱਲ ਦੱਸਦਾ ਪਿਆ ਸੀ ਕਿ ਜਿਹੜੀ ਪ੍ਰਾਪਰਟੀ ਹੈ ਨਾ ਜੀ, ਉਹ ਪਹਿਲਾਂ ਪ੍ਰਾਪਰਟੀ ਡਿਫਾਈਨ ਕਰਨੀ ਬੜੀ ਜ਼ਰੂਰੀ ਹੈ ਕਿ ਪ੍ਰਾਪਰਟੀ ਹੈ ਕਿਹੜੀ। ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੈ, ਇੰਡਸਟਰੀਅਲ ਪ੍ਰਾਪਰਟੀ ਹੈ, ਫਿਰ ਆਪਣੀ ਕਮਰਸ਼ੀਅਲ ਪ੍ਰਾਪਰਟੀ ਹੈ, ਜਾਂ ਉਹ ਐਗਰੀਕਲਚਰ ਪ੍ਰਾਪਰਟੀ ਹੈ। ਜੀ। ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਜੇ ਇਹ ਐਗਰੀਕਲਚਰ ਪ੍ਰਾਪਰਟੀ ਹੈ ਔਰ ਤੁਸੀਂ ਉਹਨੂੰ ਖਰੀਦਣਾ ਚਾਹੁੰਦੇ ਹੋ, ਔਰ ਜੇ ਤੁਸੀਂ ਇੰਡੀਆ ਦੀ ਨਾਗਰਿਕਤਾ ਛੱਡ ਕੇ ਵਿਦੇਸ਼ ਦੀ ਨਾਗਰਿਕਤਾ ਲੈ ਚੁੱਕੇ ਹੋ, ਤੇ ਤੁਸੀਂ ਉਹ ਪ੍ਰਾਪਰਟੀ ਨਹੀਂ ਖਰੀਦ ਸਕਦੇ ਜੀ ਆਪਣੇ ਨਾਂ ਤੇ ਸਿੱਧੀ। ਜੀ। ਫਿਰ ਦੁਬਾਰਾ ਦੱਸ ਦਿੰਦਾ ਕਿ ਜੇ ਉਹ ਐਗਰੀਕਲਚਰ ਪ੍ਰਾਪਰਟੀ ਹੈ, ਕੋਈ ਫਾਰਮ ਹਾਊਸ ਹੈ, ਕੋਈ ਖੇਤ ਹੈ, ਕੋਈ ਫੁੱਲਾਂ ਦਾ ਬਾਗ ਹੈ, ਕੁਝ ਵੀ ਹੈ, ਔਰ ਉਹ ਪ੍ਰਾਪਰਟੀ ਤੁਸੀਂ ਖਰੀਦਣਾ ਚਾਹੁੰਦੇ ਹੋ, ਔਰ ਉਹ ਪ੍ਰਾਪਰਟੀ ਜਿਹੜੀ ਐਗਰੀਕਲਚਰ ਪ੍ਰਾਪਰਟੀ ਹੈ ਉਹਨੂੰ ਤੁਸੀਂ ਕਦੀ ਵੀ ਨਹੀਂ ਖਰੀਦ ਸਕਦੇ ਸਿੱਧਾ ਆਪਣੇ ਨਾਂ ਤੇ, ਜੇ ਤੁਸੀਂ ਸਿਟੀਜ਼ਨ ਬਣ ਚੁੱਕੇ ਹੋ, ਭਾਰਤੀ ਨਾਗਰਿਕਤਾ ਛੱਡ ਕੇ ਬਾਹਰਲੇ ਕਿਸੇ ਮੁਲਕ ਦੀ ਨਾਗਰਿਕਤਾ ਲੈ ਲਈ। ਜੀ। ਔਰ ਜੇ ਤੁਸੀਂ ਪ੍ਰਾਪਰਟੀ ਖਰੀਦੀ ਹੈ ਐਗਰੀਕਲਚਰ ਲੈਂਡ, ਔਰ ਉਹ ਟੈਕਨੀਕਲੀ ਕਹਾਂ ਤੇ ਗੈਰ ਕਾਨੂੰਨੀ ਹੈ, ਤੁਹਾਡੇ ਕੋਲੋਂ ਕਿਸੇ ਵੇਲੇ ਵੀ ਤੋਂ ਬਾਅਦ ਟ੍ਰਾਂਜੈਕਸ਼ਨ ਕਰਨ ਲਈ ਤੁਹਾਨੂੰ ਪੈਨ ਕਾਰਡ ਦੀ ਜ਼ਰੂਰਤ ਪੈਣੀ ਜੀ। ਉਹ ਪੈਨ ਕਾਰਡ ਤੁਸੀਂ ਬਣਵਾ ਸਕਦੇ ਹੋ। ਈਵਨ ਤੁਸੀਂ ਫੋਰਨ ਨੈਸ਼ਨਲ ਹੋ, ਯਾਨੀ ਕਿ ਇੰਡੀਆ ਦੀ ਨਾਗਰਿਕਤਾ ਛੱਡ ਕੇ ਤੁਸੀਂ NRI ਹੋ ਚੁੱਕੇ ਹੋ, ਸਿਟੀਜ਼ਨ ਬਣ ਚੁੱਕੇ ਹੋ ਫੋਰਨ ਦੇ, ਤੁਸੀਂ ਪੈਨ ਕਾਰਡ ਬਣਾ ਸਕਦੇ ਹੋ। ਔਰ ਇੰਡੀਆ 'ਚ ਜਿਹੜਾ ਪੈਨ ਕਾਰਡ ਹੈ ਤੁਸੀਂ ਆਪਣਾ ਇੱਕ ਰੀਪ੍ਰੈਜ਼ੈਂਟੇਟਿਵ ਅਪਾਇੰਟ ਕਰਕੇ ਤੇ ਉਹ ਤੁਸੀਂ ਫੋਰਨ 'ਚ ਆਪਣਾ ਪੈਨ ਕਾਰਡ ਡਿਲੀਵਰ ਵੀ ਕਰਾ ਸਕਦੇ ਹੋ। ਫਾਰਮ ਤੁਹਾਨੂੰ ਪਹੁੰਚ ਜਾਏਗਾ, ਤੁਸੀਂ ਉਹਨੂੰ ਸਾਈਨ ਕਰੋ, ਉਹਦੀ ਸਰਕਾਰੀ ਫੀਸ ਜਿਹੜੀ ਆਉਂਦੀ ਹੈ 1000-1500 ਰੁਪਏ ਜੋ ਸਰਕਾਰੀ ਫੀਸ ਹੈ ਉਹ ਦੇ ਦਿਓ। ਜਿਹੜਾ ਤੁਹਾਡਾ ਏਜੰਟ ਹੈ, ਜਿਹੜਾ ਤੁਹਾਡੇ ਲਈ ਅਪਲਾਈ ਕਰੇਗਾ, ਕੁਝ ਪੈਸੇ ਉਹ ਲੈ ਲੈ ਤੇ ਤੁਹਾਡਾ ਕੀ ਉਹਨੂੰ ਕਹਿੰਦੇ ਨੇ ਪੈਨ ਕਾਰਡ ਬਣ ਜਾਏਗਾ, ਤਾਂ ਕਿ ਤੁਸੀਂ ਕੱਲ ਨੂੰ ਜਾਂ ਕੈਸ਼ ਦੀ ਟ੍ਰਾਂਜੈਕਸ਼ਨ ਕਰਨੀ ਹੈ ਤੇ ਤੁਸੀਂ ਉਹ ਕਰ ਸਕਦੇ। ਇਹ ਇੱਕ ਫਾਰਮੂਲਾ ਹੈ, ਇੱਕ ਤਰੀਕਾ ਹੈ। ਜੀ। ਹਾਂਜੀ ਜੀ ਸਰ, ਖਰੀਦਣ ਤੋਂ ਬਾਅਦ ਅਗਰ ਹੁਣ ਕੋਈ ਪ੍ਰਾਪਰਟੀ ਨੂੰ ਆਪਣੀ ਨੂੰ ਵੇਚਣਾ ਚਾਹੁੰਦਾ, ਕਿਉਂਕਿ ਕਈ ਵਾਰ ਇਹ ਦੇਖਿਆ ਗਿਆ ਕਿ ਇਹ ਜਿਹੜੇ ਆ ਪ੍ਰਵਾਸੀ ਨੇ ਉਹਨਾਂ ਦੀ ਪੂਰੀ ਫੈਮਿਲੀ ਹੈ ਜਿਹੜੀ ਬਾਹਰ ਜਾ ਕੇ ਕਿਸੇ ਕੰਟਰੀ ਦੇ ਵਿੱਚ ਸੈਟਲ ਹੋ ਜਾਂਦੀ ਹੈ, ਉਸ ਤੋਂ ਬਾਅਦ ਇਹ ਚਾਹੁੰਦੇ ਨੇ ਕਿ ਉਹ ਜਿਹੜੀ ਉਹਨਾਂ ਕੋਲ ਪ੍ਰਾਪਰਟੀ ਜਿਹੜੀ ਭਾਰਤ ਦੇ ਵਿੱਚ ਪਈ ਆ ਉਹਨੂੰ ਵੇਚਣਾ ਚਾਹੁੰਦੇ ਨੇ, ਤਾਂ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ? ਰਜਿਸਟਰੀ ਕਿਸ ਤਰ੍ਹਾਂ ਹੋ ਸਕਦੀ ਹੈ ਉਹਨਾਂ ਦੀ? ਕੋਈ ਕਾਨੂੰਨੀ ਅੜਕਣਾ ਨੇ ਜਿਹੜੀਆਂ ਇਸ ਦੇ ਵਿੱਚ ਆਉਂਦੀਆਂ ਨੇ ਵੇਚਣ ਦੇ ਟਾਈਮ ਉਹਨਾਂ ਨੂੰ? ਦੇਖੋ, ਹਲੇ ਤੇ ਖਰੀਦਣ ਵਾਲੇ ਵੀ ਬੜੇ ਸਵਾਲ ਪੈਂਡਿੰਗ ਨੇ, ਚਲੋ ਆਪਾਂ ਬਾਅਦ ਚੋਂ ਗੱਲ ਕਰਦੇ ਹਾਂ। ਹੁਣ ਵੇਚਣ ਵਾਲੇ ਜੇ ਸਵਾਲ ਕਰੀਏ ਆਪਾਂ ਵੇਚਣ ਵਾਸਤੇ, ਤਾਂ ਵੇਚਣ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਇਹਨਾਂ ਨੂੰ ਆਏਗੀ ਜਿਹੜੇ ਸਿਟੀਜ਼ਨ ਬਣ ਚੁੱਕੇ ਨੇ ਆਧਾਰ ਕਾਰਡ ਦੀ। ਜੀ। ਜਿੰਨੇ ਵੀ ਫੋਰਨ ਸਿਟੀਜ਼ਨ ਨੇ ਉਹਨਾਂ ਕੋਲ ਆਧਾਰ ਕਾਰਡ ਨਹੀਂ ਹੁੰਦਾ ਜੀ, ਜਾਂ ਆਧਾਰ ਕਾਰਡ ਬਣਾਉਣਾ ਪੈਂਦਾ ਉਹਨਾਂ ਨੂੰ। ਫਿਰ ਦੂਸਰੀ ਪ੍ਰੋਬਲਮ ਉਹਨਾਂ ਨੂੰ ਸਮੱਸਿਆ ਕੀ ਆਉਂਦੀ ਹੈ, ਇੰਡੀਆ ਵਿੱਚ ਇੱਕ ਬੜਾ ਭੈੜਾ ਰਿਵਾਜ ਹੈ, ਸਾਰੇ ਪੈਸੇ ਵਾਈਟ ਨਹੀਂ ਜਾਂਦੇ, ਕੁਝ ਪੈਸੇ ਵਾਈਟ ਜਾਂਦੇ ਆ, ਕੁਝ ਪੈਸੇ ਬਲੈਕ ਜਾਂਦੇ, ਯਾਨੀ ਕਿ ਕੁਝ ਕੈਸ਼ ਪੇਮੈਂਟ ਹੁੰਦੀ ਹੈ ਤੇ ਕੁਝ ਪੈਸੇ ਥਰੂ ਚੈੱਕ ਟ੍ਰਾਂਸਫਰ ਹੁੰਦੇ ਨੇ। ਕਿਉਂਕਿ ਪ੍ਰਾਪਰਟੀ ਦਾ ਸਰਕਲ ਰੇਟ ਘੱਟ ਹੁੰਦਾ ਹੈ, ਮਾਰਕੀਟ ਵੈਲਿਊ ਜ਼ਿਆਦਾ ਹੁੰਦੀ ਹੈ, ਇਸ ਕਰਕੇ 1 ਕਰੋੜ ਦੀ ਪ੍ਰਾਪਰਟੀ ਵਿਕਦੀ ਹੈ, 50 ਲੱਖ ਰੁਪਇਆ ਕੈਸ਼ ਮਿਲਦਾ, 50 ਲੱਖ ਰੁਪਏ ਦਾ ਚੈੱਕ ਮਿਲਦਾ। ਸੋ ਉਸ ਕੈਪੀਟਲ ਗੇਨ ਤੋਂ ਇੱਕ ਟੈਕਸ ਕੈਲਕੂਲੇਟ ਕੀਤਾ ਜਾਂਦਾ ਹੈ, ਜੀ, ਜਿਹੜਾ ਕਿ ਤੁਹਾਨੂੰ ਇੰਡੀਅਨ ਸਰਕਾਰ ਨੂੰ ਉਹ ਟੈਕਸ ਦੇਣਾ ਪਏਗਾ। ਸੋ ਇੰਡੀਅਨ ਸਰਕਾਰ ਨੂੰ ਉਹ ਟੈਕਸ ਦੇ ਕੇ ਫਿਰ ਤੁਸੀਂ ਉਹ ਪੈਸਾ, ਇੱਕ ਫਟਕਾ ਲਾ ਹੁੰਦਾ, ਫਟਕਾ ਜੀ, FATCA, ਇਹ ਫਟਕਾ ਲਾ ਦੇ ਵਿੱਚ ਤੁਸੀਂ ਆਪਣੇ ਪੈਸੇ ਨੂੰ ਐਜ਼ ਪਰ ਲਾਅ ਇੰਡੀਆ ਤੋਂ ਬਾਹਰ ਲਿਜਾ ਸਕਦੇ ਹੋ। ਜੀ। ਸੋ ਫਟਕਾ ਲਾਅ ਦੀ ਜਿਹਨੂੰ ਕਹਿੰਦੇ ਨੇ ਫੋਰਨ ਬੈਂਕਿੰਗ ਦੇ ਉੱਤੇ ਇਹ ਲੱਗਦਾ ਹੈ ਫਟਕਾ,
ਤੇ ਜ਼ਿਆਦਾਤਰ US ਸਿਟੀਜ਼ਨ ਵਾਸਤੇ ਲੱਗਦਾ ਹੈ। ਫੋਰਨ ਅਕਾਊਂਟ ਟੈਕਸ ਕੰਪਲਾਇੰਸ ਐਕਟ ਇਹਨੂੰ ਕਹਿੰਦੇ ਨੇ, ਫੋਰਨ ਅਕਾਊਂਟ ਟੈਕਸ ਕੰਪਲਾਇੰਸ ਐਕਟ। ਸੋ ਉਹਦੇ ਤੇ ਇਹ ਲੱਗਦਾ ਕਿ ਜਿਹੜਾ ਤੁਸੀਂ ਇੰਡੀਆ ਤੋਂ ਪੈਸਾ ਬਾਹਰ ਲੈ ਕੇ ਜਾ ਰਹੇ ਹੋ, ਉਹਦਾ ਪਹਿਲਾਂ ਤੁਸੀਂ ਇੰਡੀਆ ਦਾ ਟੈਕਸ ਦਿੱਤਾ, ਤੇ ਉਸ ਤੋਂ ਬਾਅਦ ਜਿੰਨਾ ਵੀ ਉਹ ਪੈਸਾ ਹੈ ਉਹ ਕਿਸ ਪਰਪਸ ਤੋਂ ਆਇਆ ਤੇ ਕਿਸ ਕਰਕੇ ਚੱਲਿਆ, ਉਹਦੇ ਤੇ ਟੈਕਸ ਕੈਲਕੂਲੇਟ ਹੋਣਾ ਹੈ। ਉਹਦੇ ਮੁਤਾਬਕ ਤੁਸੀਂ ਉਹਦਾ ਟੈਕਸ ਦੇ ਕੇ ਤੁਸੀਂ, ਔਰ ਇਸ ਪੂਰੇ ਪ੍ਰੋਸੈਸ ਨੂੰ 15 ਦਿਨ ਤੋਂ ਮਹੀਨਾ ਲੱਗ ਜਾਂਦਾ ਹੈ ਐਵਰੇਜ ਫੋਰਨ 'ਚ ਪੈਸਾ ਲਿਜਾਣ ਲਈ। ਸੋ ਤੁਹਾਨੂੰ ਇੱਕ ਪ੍ਰੋਫੈਸ਼ਨਲ ਵਕੀਲ ਜਾਂ ਚਾਰਟਰਡ ਇੰਜੀਨੀਅਰ ਦੀ ਲੋੜ ਪੈਂਦੀ ਹੈ, ਜਿਹਦੇ ਬਦੌਲਤ ਤੁਸੀਂ ਉਹ ਪੈਸਾ ਲਿਜਾ ਸਕਦੇ ਹੋ। ਤੇ ਸਰ ਜਿਹੜੇ ਤੁਸੀਂ ਟੈਕਸ ਦੀ ਗੱਲ ਕਰ ਰਹੇ ਹੋ ਕਿ ਜਦੋਂ ਪ੍ਰਾਪਰਟੀ ਨੂੰ ਵੇਚਣ ਲੱਗੇ ਕਿਸੇ ਵੀ ਪਰਸਨ ਨੂੰ ਟੈਕਸ ਲੱਗਦਾ ਫੋਰਨਰ, ਤਾਂ ਇਹਦੀਆਂ ਵੀ ਕੁਝ ਸਲੈਬਸ ਜਿਵੇਂ ਦੂਸਰੇ ਇਨਕਮ ਟੈਕਸ ਦੀ ਤਰ੍ਹਾਂ ਸਲੈਬਸ ਰੱਖੀਆਂ ਗਈਆਂ ਇੰਡੀਆ ਦੇ ਵਿੱਚ ਟੈਕਸ ਦੀਆਂ, ਤੇ ਇਹਦੀ ਵੀ ਕੋਈ ਜਾਂ ਫਿਰ ਇੱਕ ਫਿਕਸ ਟੈਕਸ ਆ ਕਿ ਇੰਨਾ ਹੀ ਟੈਕਸ ਰਹੇਗਾ? ਤੇ ਦੂਸਰੀ ਗੱਲ ਕਿ ਅਗਰ ਪ੍ਰਾਪਰਟੀ ਵੇਚ ਕੇ ਬਾਹਰ ਚੱਲਿਆ ਜੀ, ਸੋ ਉਹਦੇ ਤੇ ਤੁਹਾਡਾ ਐਕਸਚੇਂਜ ਰੇਟ ਤੇ ਲੱਗਣਾ ਹੀ ਲੱਗਣਾ ਹੈ, ਪਲੱਸ ਜਿਹੜਾ ਫੋਰਨ ਕੰਟਰੀ ਦਾ ਜੋ ਟੈਕਸ ਐਪਲੀਕੇਬਲ ਹੈ ਉਹ ਟੈਕਸ ਉਸ ਸਲੈਬ ਮੁਤਾਬਕ ਉਹ ਵੀ ਲੱਗਣਾ ਹੈ ਜੀ। ਉਹ ਡਿਫਰੈਂਟ ਅਮਾਊਂਟ ਡਿਫਰੈਂਟ ਟਾਈਪ ਤੇ, ਮੰਨ ਲਓ ਤੁਸੀਂ ਬਿਜ਼ਨਸ ਕਰ ਰਹੇ ਸੀ, ਬਿਜ਼ਨਸ ਵਿੱਚੋਂ ਪੈਸਾ ਕਮਾਇਆ, ਉਹ ਚੱਲਿਆ, ਉਹਦੇ ਤੇ ਟੈਕਸ ਫਿਕਸ ਹੋ ਰਿਹਾ। ਤੁਸੀਂ ਆਪਣੀ ਪ੍ਰਾਪਰਟੀ ਵੇਚੀ ਹੈ ਪੁਰਾਣੀ, ਉਹਦੇ ਤੇ ਟੈਕਸ ਸਿਸਟਮ ਹੋ ਰਿਹਾ, ਔਰ ਜੇ ਕੋਈ ਹੋਰ ਜਰੀਆ ਹੈ ਉਹਦੇ ਮੁਤਾਬਕ ਉਹਦਾ ਟੈਕਸ ਸਿਸਟਮ ਹੈ ਜੀ। ਸਲੈਬ ਡੈਫੀਨੇਟਲੀ ਹੈਗੇ ਜੀ, ਸਲੈਬ ਤੋਂ ਬਿਨਾਂ ਦੀ ਗੱਡੀ ਚੱਲ ਜੀ। ਤੇ ਸਰ ਸਮਾਂ ਸਾਡੇ ਕੋਲ ਘੱਟ ਆ, ਪਰ ਇਹ ਟੌਪਿਕ ਬਹੁਤ ਲੰਬਾ, ਆਪਾਂ ਅਗਲੇ ਹਫਤੇ ਵੀ ਕੰਟੀਨਿਊ ਕਰਾਂਗੇ। ਪਰ ਜਾਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਸਲਾਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੇ ਦਿਓ ਕਿ ਇੱਕ ਵਾਰ ਬਰੀਫਲੀ ਇਹ ਦੱਸ ਦਿਓ ਕਿ ਕਿਹੜੀ ਗੱਲਾਂ ਦਾ ਫਿਰ ਤੋਂ ਧਿਆਨ ਰੱਖਣ ਅਗਰ ਉਹਨਾਂ ਦੀ ਪ੍ਰਾਪਰਟੀ ਆ ਜਿਹੜੀ ਸਿਰਫ ਔਰ ਸਿਰਫ ਕਿਸੇ ਨੂੰ ਆਪਣੀ ਅਸੀਂ ਕਹਿ ਸਕਦੇ ਹਾਂ ਕਿ ਸਿਰਫ ਟ੍ਰਾਂਸਫਰ ਕਰੀ ਹੋਈ ਹੈ, ਇਸ ਕਰਕੇ ਕਿ ਉਹ ਦੇਖਭਾਲ ਕਰ ਸਕਣ, ਕਿਉਂਕਿ ਜ਼ਿਆਦਾਤਰ ਇਹੀ ਦੇਖਿਆ ਗਿਆ ਕਿ ਪ੍ਰਾਪਰਟੀ ਆ ਜਿਹੜੀ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀਆਂ ਵੱਲੋਂ ਆਪਣੇ ਵੱਲੋਂ ਭਾਰਤ ਵਿੱਚ ਰੱਖੀ ਜਾਂਦੀ ਆ ਕਿ ਉਹ ਇਸ ਪ੍ਰਾਪਰਟੀ ਦੇ ਬਹਾਨੇ ਆਪਣੀ ਪ੍ਰਾਪਰਟੀ ਨੂੰ ਦੇਖਣ ਦੇ ਬਹਾਨੇ ਆ ਜਿਹੜੀ ਇੰਡੀਆ ਦੇ ਵਿੱਚ ਗੇੜਾ ਮਾਰ ਸਕਣ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਜਦੋਂ ਵੀ ਅਸੀਂ ਪ੍ਰਾਪਰਟੀ ਆਪਣੀ ਕਿਸੇ ਨੂੰ ਵੀ ਕੇਅਰ ਟੇਕਰ ਦੇ ਤੌਰ ਤੇ ਦੇਣੀ ਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਚੁਕੰਨੇ ਰਹਿਣ। ਦੂਸਰੀ ਜ਼ਰੂਰਤ ਹੈ ਕਿ ਕੋਈ ਟੈਕਨੀਕਲ ਤੇ ਤਿੱਖਾ ਵਕੀਲ ਨਾਲ ਰੱਖਣ ਦੀ। ਔਰ ਤੀਸਰੀ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਦੋਂ ਪਾਵਰ ਅਟਾਰਨੀ ਦੇਣੀ ਹੈ ਜਾਂ ਉਹਨਾਂ ਨੂੰ ਕੇਅਰ ਟੇਕਿੰਗ ਦੇਣੀ ਹੈ, ਉਹਦੇ ਵਿੱਚ ਜਿਹੜੀਆਂ ਸ਼ਰਤਾਂ ਲਿਖੀਆਂ ਜਾਣ, ਉਹ ਸ਼ਰਤਾਂ ਨੂੰ ਬੜੇ ਸਹੀ ਤਰੀਕੇ ਨਾਲ ਲਿਖਣ ਦੀ। ਉਹ ਸ਼ਰਤਾਂ ਜਦੋਂ ਬੜੇ ਸਹੀ ਤਰੀਕੇ ਨਾਲ ਲਿਖੀਆਂ ਜਾਣਗੀਆਂ ਤੇ ਡੈਫੀਨੇਟਲੀ ਉਹਨਾਂ ਸ਼ਰਤਾਂ ਦਾ ਧਿਆਨ ਰੱਖਿਆ ਜਾਏਗਾ, ਔਰ ਉਹਨਾਂ ਸ਼ਰਤਾਂ ਦੇ ਉੱਤੇ ਪਹਿਰਾ ਦੇਣ ਦੀ ਵੀ ਜ਼ਰੂਰਤ ਹੈ। ਔਰ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਉਹ ਕਾਨੂੰਨੀ ਕਾਗਜ਼ਾਂ ਨੂੰ ਆਪਣੇ ਨਾਂ ਤੇ ਪੱਕੇ ਰੱਖਣ ਦੀ। ਔਰ ਜਦੋਂ ਵੀ ਕਿਸੇ ਨੂੰ ਕੋਈ ਪ੍ਰਾਪਰਟੀ ਦੇਣ 100% ਉਹਨੂੰ ਕਬਜ਼ਾ ਨਹੀਂ ਦੇਣਾ। ਘਰ ਦੇ ਅੰਦਰ ਇੱਕ ਕਮਰਾ ਆਪਣੇ ਨਾਂ ਤੇ ਰੱਖਣਾ ਹੀ ਰੱਖਣਾ ਹੈ, ਔਰ ਉੱਥੇ ਤੁਸੀਂ ਉਹਦੇ ਤੇ ਕਬਜ਼ਾ ਰੱਖਣਾ, ਆਪਣਾ ਸਮਾਨ, ਆਪਣਾ ਸਭ ਕੁਝ ਉਹਦੇ ਤੇ ਲਾਉਣਾ ਜੀ। ਸਰ ਥੈਂਕ ਯੂ ਹਮਦਰ ਟੀਵੀ ਦੇ ਨਾਲ ਜੁੜਨ ਦੇ ਲਈ। ਤੇ ਵਾਈਡ ਟੌਪਿਕ ਹੈ, ਬਿਲਕੁਲ ਅਸੀਂ ਅਗਲੇ ਹਫਤੇ ਇਸ ਨੂੰ ਜ਼ਰੂਰ ਕੰਟੀਨਿਊ ਰੱਖਾਂਗੇ ਜੀ। ਬਿਲਕੁਲ ਸਰ, ਥੈਂਕ ਯੂ ਤੁਹਾਡਾ ਹਮਦਰ ਟੀਵੀ ਦੇ ਨਾਲ ਜੁੜਨ ਲਈ ਤੇ ਸਾਡੇ ਨਾਲ ਇੰਨੀ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ। ਅਗਲਾ ਟੀਵੀ ਸ਼ੋਅ ਜਿਹੜੀ ਤਰੀਕ ਨੂੰ, ਜਿਹੜੇ ਵਾਰ ਆਉਣਾ ਹੈ, ਜਿਹੜੇ ਟਾਈਮ ਆਉਣਾ ਹੈ, ਉਹ ਦਰਸ਼ਕਾਂ ਨੂੰ ਆਉਣ ਵਾਲੇ ਫਿਊਚਰ ਦੇ ਸਾਡੇ ਪ੍ਰੋਗਰਾਮਾਂ 'ਚ ਪਤਾ ਲੱਗਦਾ ਰਹੇਗਾ। ਔਰ ਟੈਕਨੀਕਲ ਸ਼ੋਅ ਚੱਲਦਾ, ਤੁਹਾਡੇ ਇਹ ਲੋਕਾਂ ਦੇ ਲਈ ਚੈਨਲ ਖੋਲਿਆ ਗਿਆ ਤਾਂ ਕਿ ਉਹ ਏਜੰਟਾਂ ਕੋਲੋਂ ਜਾਂ ਗਲਤ ਬੰਦਿਆਂ ਕੋਲ ਬਚ ਸਕਣ। ਔਰ ਤੁਸੀਂ ਆਪਣੀ ਕੋਈ ਵੀ ਨੌਲੇਜ ਲੈਣਾ ਚਾਹੋ ਤੇ ਸਾਨੂੰ ਫੋਨ ਕਰਕੇ ਲਾਈਵ ਸ਼ੋਅ 'ਚ ਜਾਂ ਪਰਸਨਲ ਕਰਨਾ ਤੇ ਆਊਟ ਆਫ ਟਾਈਮ ਇੰਡੀਆ ਦੇ ਸਮੇਂ ਮੁਤਾਬਕ ਸ਼ਾਮ ਦੇ 4 ਤੋਂ ਲੈ ਕੇ 8 ਵਜੇ ਤੱਕ ਮੈਨੂੰ ਕਦੀ ਵੀ ਕਾਲ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਇੰਡੀਆ ਦੇ ਸਮੇਂ ਮੁਤਾਬਕ ਸ਼ਾਮੀ 4 ਤੋਂ ਸ਼ਾਮ ਦੇ 8 ਵਜੇ ਤੱਕ ਮੰਡੇ ਟੂ ਫਰਾਈਡੇ ਕਾਲ ਕਰਕੇ ਤੁਸੀਂ ਮੇਰੇ ਕੋਲ ਸਲਾਹ ਲੈ ਸਕਦੇ ਹੋ। ਔਰ ਪ੍ਰੈਫਰੇਬਲੀ ਵੀਡੀਓ ਕਾਲ ਕਰੋਗੇ ਤੇ ਮੇਰਾ ਯਕੀਨ ਵੱਧ ਜਾਂਦਾ ਹੈ ਕਿ ਮੈਂ ਸਹੀ ਬੰਦੇ ਨਾਲ ਸਹੀ ਗੱਲ ਕਰ ਰਿਹਾ। ਵਕੀਲ ਨੇ ਅਗਰ ਤੁਸੀਂ ਉਹਨਾਂ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਉਹਨਾਂ ਨਾਲ ਕਿਸੇ ਵੀ ਕਾਨੂੰਨੀ ਮਦਦ ਇੰਡੀਆ ਨਾਲ ਰਿਲੇਟਿਡ ਕੋਈ ਵੀ ਕਾਨੂੰਨੀ ਮਦਦ ਆ ਜਿਹੜੀ ਉਹਦੇ ਬਾਰੇ ਕੋਈ ਸਲਾਹ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ। ਉਹਨਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਗਿਆ, ਨੀਚੇ ਉਹਨਾਂ ਦਾ ਨੰਬਰ ਪ੍ਰੋਵਾਈਡ ਕਰ ਦਿੱਤਾ ਗਿਆ। ਤੁਸੀਂ ਉਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਤੇ ਕੋਈ ਵੀ ਕਾਨੂੰਨੀ ਸਹਾਇਤਾ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ। ਸੋ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਤੁਸੀਂ ਦੇਖ ਰਹੇ ਹੋ ਹਮਦਰ ਟੀਵੀ। ਸਤਿ ਸ਼੍ਰੀ ਅਕਾਲ। लेटेस्ट न्यूज
ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਕੈਨੇਡਾ ਦੇ ਸ਼ਹਿਰ ਟੋਰਾਂਟੋ ਤੇ ਬਰੈਂਪਟਨ 'ਚ ਵੱਸਦੇ ਸਾਰੇ ਪੰਜਾਬ